ਹਾਂ ਸੁਖਵਿੰਦਰ, ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ। ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬੀ ਵਿਭਾਗ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕ ਦਿੰਦੇ ਹਾਂ। ਸ਼ੁਕਰੀਆ ਜੀ। ਹਾਂ, ਅਤੇ ਹੁਣ ਤੁਸੀਂ ਸਾਡੇ ਵਿਦਿਆਰਥੀਆਂ ਨੂੰ ਅਤੇ ਪੰਜਾਬੀ ਵਿਭਾਗ ਦੇ ਜਿਹੜੇ ਪਿਆਰੇ ਦੂਰ ਦੂਰ ਬੈਠੇ ਹੋਏ ਨੇ ਉਹਨਾਂ ਨੂੰ ਆਪਣੇ ਬਾਰੇ ਦੱਸੋ, ਆਪਣੀ ਰਚਨਾ ਬਾਰੇ ਦੱਸੋ ਕਿ ਹੁਣ ਤੱਕ ਤੁਸੀਂ ਕਿੰਨੀਆਂ ਤੁਹਾਡੀਆਂ ਪੁਸਤਕਾਂ ਸਾਹਿਤ ਦੀਆਂ ਆ ਚੁੱਕੀਆਂ ਨੇ। ਹਾਂਜੀ ਚਰਨਜੀਤ ਜੀ, ਤੁਸੀਂ ਜਾਣਦੇ ਹੀ ਹੋ ਵੈਸੇ, ਪਰ ਫਿਰ ਚਲੋ ਮੈਂ ਦੱਸ ਦਿੰਦੀ ਹਾਂ। 9 ਕਿਤਾਬਾਂ ਆ ਚੁੱਕੀਆਂ ਨੇ, ਜਿਹਦੇ 'ਚੋਂ 5 ਗਜ਼ਲਾਂ ਦੀਆਂ ਨੇ, 3 ਨਜ਼ਮਾਂ ਦੀਆਂ ਨੇ ਅਤੇ 1 ਗੀਤਾਂ ਦੀ ਆ, ਲੀਲਿਆ ਮੋਰਾਵੇ। ਉਹਦੇ 'ਚ ਗੀਤ ਬੋਲੀਆਂ ਟੱਪੇ ਇੱਦਾਂ ਦੀਆਂ ਚੀਜ਼ਾਂ ਨੇ। ਅਤੇ ਗਜ਼ਲਾਂ ਦੀਆਂ ਜਿਹੜੀਆਂ ਪੁਸਤਕਾਂ ਦੇ ਸਿਰਲੇਖ ਕਿਹੜੇ ਕਿਹੜੇ ਨੇ ਤੁਹਾਡੇ? ਗਜ਼ਲਾਂ ਦੀਆਂ ਸਭ ਤੋਂ ਪਹਿਲਾਂ ਸੂਰਜ ਦੀ ਦਹਲੀਜ਼ ਆਈ ਸੀ ਜੀ ਗਜ਼ਲਾਂ ਦੀ, ਫਿਰ ਗਜ਼ਲਾਂ ਦੀ ਚਿਰਾਗਾ ਦੀ ਡਾਰ ਆਈ, ਫਿਰ ਪਤਝੜ ਵਿੱਚ ਪੁੰਗਰ ਦੇ ਪੱਤੇ ਆਈ, ਫਿਰ ਹਜ਼ਾਰ ਰੰਗਾਂ ਦੀ ਲਾਟ, ਫਿਰ ਪੁੰਨਿਆ। ਤੇ ਖੁੱਲੀ ਕਵਿਤਾ ਤੁਹਾਡੀ ਜਿਵੇਂ ਪਹਿਲਾਂ ਕਣੀਆਂ ਆਈ, ਬਾਅਦ ਦੇ ਵਿੱਚ ਇਹ ਧੁੱਪ ਦੀ ਤੁਸੀਂ ਚੁੰਨੀ, ਹਾਂਜੀ ਕਣੀਆਂ, ਧੁੱਪ ਦੀ ਚੁੰਨੀ, ਚਿੜੀਆਂ, ਇਹ ਤਿੰਨੇ ਨਜ਼ਮਾਂ ਦੀਆਂ ਨੇ। ਫਿਰ ਨੀਲਿਆ ਮੋਰਾਵੇ ਉਹ ਗੀਤਾਂ ਦੀਆਂ। ਤੁਸੀਂ ਗਜ਼ਲ ਤੋਂ ਖੁੱਲੀ ਕਵਿਤਾ ਵੱਲ ਪਰਤੇ। ਤੁਹਾਨੂੰ ਇਉਂ ਲੱਗਦਾ ਹੈ ਕਿ ਬਹਿਰ ਦੇ ਵਿੱਚ ਤੁਸੀਂ ਆਪਣੀ ਗੱਲ ਖੁੱਲ੍ਹ ਕੇ ਨਹੀਂ ਕਹਿ ਸਕੇ, ਤੁਸੀਂ ਖੁੱਲ੍ਹੇ ਰੂਪ ਵਿੱਚ ਜੋ ਕਹਿਣੀ ਚਾਹ ਰਹੇ ਹੋ? ਅਸਲ ਵਿੱਚ ਚਰਨੀ, ਤੇ ਮੈਂ ਦੱਸਦੀ ਹਾਂ ਤੁਹਾਨੂੰ ਵੀ ਮੈਂ ਗਜ਼ਲ ਤੋਂ ਕਵਿਤਾ ਵੱਲ ਨਹੀਂ ਆਈ। ਇਹ ਇੱਕ ਸਬੱਬ ਸੀਗਾ ਵੀ ਪਹਿਲਾਂ ਮੇਰੀਆਂ 2 ਕਿਤਾਬਾਂ ਗਜ਼ਲਾਂ ਦੀਆਂ ਛਪੀਆਂ, ਕਿਉਂਕਿ ਬਚਪਨ 'ਚ ਜਦੋਂ ਕਵਿਤਾ ਦਾ ਮਤਲਬ ਸਫ਼ਰ ਸ਼ੁਰੂ ਹੋਇਆ ਤਾਂ ਮੈਂ ਗੀਤਾਂ ਤੋਂ ਬਹੁਤ ਪ੍ਰਭਾਵਿਤ ਸੀਗੀ। ਜਿਹੜੇ ਮੈਂ ਬਚਪਨ 'ਚ ਲਾਊਡ ਸਪੀਕਰਾਂ 'ਚ ਵਿਆਹਾਂ ਸ਼ਾਦੀਆਂ 'ਤੇ ਗੀਤ ਸੁਣਦੀ ਸੀਗੀ, ਜਾਂ ਗੁਰਦੁਆਰੇ ਜਿਹੜੇ ਧਾਰਮਿਕ ਗੀਤ ਵੱਜਦੇ ਹੁੰਦੇ ਸੀ, ਹੈ ਨਾ। ਅਤੇ ਉਹ ਮੈਂ ਗੀਤਾਂ ਤੋਂ ਹੀ ਸ਼ੁਰੂ ਕੀਤਾ ਸੀਗਾ। ਬਹੁਤ ਮੈਂ ਗੀਤ ਲਿਖੇ, ਮਤਲਬ ਬਹੁਤ ਜ਼ਿਆਦਾ ਗੀਤ ਲਿਖੇ, ਕਿਉਂਕਿ ਜਦੋਂ ਮੈਂ 7ਵੀਂ 8ਵੀਂ 'ਚ ਲਿਖਣਾ ਸ਼ੁਰੂ ਕੀਤਾ, ਤੁਕਬੰਦੀ ਕਰਨੀ ਸ਼ੁਰੂ ਕੀਤੀ, ਤਾਂ ਮੇਰੇ ਉਦੋਂ ਤੋਂ ਹੀ ਵੇਗ ਬਹੁਤ ਸੀਗਾ ਔਰ ਸੈਂਕੜੇ ਗੀਤ ਮੈਂ ਲਿਖੇ। ਪਰ ਮੈਨੂੰ ਉਹ ਜਦੋਂ ਮੈਂ ਜਿਉਂ-ਜਿਉਂ ਵੱਡੀ ਹੋਈ ਤਾਂ ਮੈਨੂੰ ਲੱਗਿਆ ਕਿ ਜਦੋਂ ਮੈਂ ਦੂਜੇ ਸ਼ਾਇਰਾਂ ਨੂੰ ਪੜ੍ਹਿਆ, ਜਿਵੇਂ ਸ਼ਿਵ ਕੁਮਾਰ, ਪਾਤਰ ਸਾਹਿਬ, ਪਾਸ਼ ਜਾਂ ਹੋਰ ਬਾਕੀ ਸ਼ਾਇਰੀ ਪੜ੍ਹੀ, ਹੈ ਨਾ, ਸੂਫੀ ਸ਼ਾਇਰੀ, ਜਾਂ ਮੈਨੂੰ ਲੱਗਿਆ ਵੀ ਜਿਹੜੀ ਇਹਨਾਂ ਦੇ ਵਿੱਚ ਪਰਿਪੱਕਤਾ ਵਾ ਉਹ ਮੇਰੀ ਕਵਿਤਾ 'ਚ ਮੈਨੂੰ ਨਜ਼ਰ ਨਹੀਂ ਆਈ ਉਹਨਾਂ ਗੀਤਾਂ 'ਚ, ਕਿਉਂਕਿ ਉਹ ਇੱਕ ਮੈਨੂੰ ਲੱਗਿਆ ਅਭਿਆਸ ਦੀ ਕਵਿਤਾ ਵਾ। ਪਰ ਮੈਂ ਗਜ਼ਲ ਤੋਂ ਬਹੁਤ ਪ੍ਰਭਾਵ ਸੀ, ਉਹ ਚਾਹੇ ਉਰਦੂ ਦੀ ਗਜ਼ਲ ਸੀਗੀ ਜਿਹੜੀ ਮੈਂ ਰੇਡੀਓ 'ਚ ਸੁਣਦੀ ਸੀਗੀ, ਜਾਂ ਮੈਂ ਜਦੋਂ ਪੰਜਾਬੀ ਦੀ ਗਜ਼ਲ ਪਾਤਰ ਸਾਹਿਬ ਦੀ ਪੜ੍ਹੀ, ਉਹਨਾਂ ਦੀ ਪਹਿਲੀ ਕਿਤਾਬ ਹਵਾ ਵਿੱਚ ਲਿਖੇ ਹਰਫ, ਮੈਨੂੰ ਲੱਗਿਆ ਵੀ ਇੱਦਾਂ ਦੀ ਸ਼ਾਇਰੀ ਹੋਣੀ ਚਾਹੀਦੀ ਆ, ਇਹ ਮੇਰੇ ਮਨ ਨੂੰ ਟੱਚ ਕਰਦੀ ਆ, ਇੱਦਾਂ ਦੀ ਹੋਣੀ ਚਾਹੀਦੀ ਆ। ਤਾਂ ਉਹ ਹੌਲੀ ਹੌਲੀ ਜਿਹੜਾ ਮੇਰਾ ਵਹਿਣ ਸੀਗਾ ਉਹ ਗਜ਼ਲ ਵੱਲ ਨੂੰ ਪਰਤ ਗਿਆ। ਅਤੇ ਜਦੋਂ ਮੈਂ ਗਜ਼ਲਾਂ ਲਿਖਣੀਆਂ ਸ਼ੁਰੂ ਕੀਤੀਆਂ, ਮੈਨੂੰ ਲੱਗਿਆ ਵੀ ਹਾਂ ਇਹੀ ਉਹ ਫੋਰਮ ਆ, ਇਹੀ ਸਿਨਫ ਆ ਜਿਹਦੇ ਵਿੱਚ ਮੈਨੂੰ ਆਪਣੀ ਕਹੀ ਹੋਈ ਗੱਲ ਲੱਗਦਾ ਕਿ ਮੈਂ ਚੰਗੀ ਤਰ੍ਹਾਂ ਕਹਿ ਸਕਦੀ ਹਾਂ। ਇਸ ਤਰ੍ਹਾਂ ਮੈਂ ਉਹ ਗੀਤਾਂ ਨੂੰ ਛੱਡ ਕੇ, ਜਾਂ ਜਿਹੜੀਆਂ ਨਜ਼ਮਾਂ ਲਿਖਦੀ ਸੀ, ਮੈਂ ਛੰਦ 'ਚ ਨਜ਼ਮਾਂ ਵੀ ਲਿਖਦੀ ਸੀਗੀ ਪਹਿਲਾਂ, ਤਾਂ ਮੈਂ ਸਾਰਾ ਮੇਰਾ ਵਹਾਅ ਜਿਹੜਾ ਗਜ਼ਲਾਂ ਵੱਲ ਨੂੰ ਹੋ ਗਿਆ। ਸੋ ਸੈਂਕੜੇ ਫਿਰ ਗਜ਼ਲਾਂ ਲਿਖ ਲਈਆਂ, ਅਤੇ ਜਿਹਦੇ ਵਿੱਚੋਂ ਫਿਰ ਪਹਿਲੀਆਂ 2 ਕਿਤਾਬਾਂ ਆਪਣੀਆਂ ਗਜ਼ਲਾਂ ਦੀਆਂ ਛਪੀਆਂ ਇਸ ਤਰ੍ਹਾਂ। ਸੁਖਵਿੰਦਰ, ਇੱਕ ਗੱਲ ਦੱਸੋ, ਚਲੋ ਜਿਹੜੀਆਂ ਤੁਹਾਡੀਆਂ ਪੁਸਤਕਾਂ ਸਾਡੇ ਸਾਹਮਣੇ ਆ ਉਹ ਤਾਂ ਅਸੀਂ ਅਕਸਰ ਪੜ੍ਹ ਲੈਂਦੇ ਹਾਂ, ਪਰ ਜਿਵੇਂ ਤੁਸੀਂ ਦੱਸਿਆ ਕਿ ਬਚਪਨ ਦੇ ਵਿੱਚ ਹੀ ਤੁਸੀਂ ਤੁਕਬੰਦੀ ਕਰਨ ਲੱਗ ਪਏ ਸੀ, ਕਿੰਨੀ ਉਮਰ ਦੇ ਵਿੱਚ ਤੁਹਾਨੂੰ ਯਾਦ ਹੋਵੇ ਕਿ ਤੁਸੀਂ ਸਭ ਤੋਂ ਪਹਿਲੀ ਰਚਨਾ ਜਿਹੜੀ ਹਜੇ ਪਾਠਕਾਂ ਦੇ ਧਿਆਨ 'ਚ ਨਾ ਆਈ ਹੋਵੇ, ਅਤੇ ਤੁਸੀਂ ਪਹਿਲੀ ਕੋਈ ਉਹ ਰਚਨਾ ਜਿਹੜੀ ਤੁਸੀਂ ਛਪਣਯੋਗ ਤਾਂ ਨਾ ਸਮਝੀ ਹੋਵੇ ਪਰ ਤੁਸੀਂ ਉਹ ਲਿਖੀ, ਉਹ ਕਿਹੜੀ ਹੈ? ਯਾਦ ਆ ਤੁਹਾਨੂੰ? ਹਾਂਜੀ, ਮੈਨੂੰ ਬਹੁਤ ਸਾਰੀਆਂ ਆਪਣੀਆਂ ਉਹ ਰਚਨਾਵਾਂ ਯਾਦ ਨੇ, ਪਰ ਜਿਹੜੀ ਮੈਨੂੰ ਬਹੁਤ ਜ਼ਿਆਦਾ ਯਾਦ ਸੀਗੀਆਂ, ਜਿਹਦੇ ਵਿੱਚ ਕਈ ਨੇ, ਜਿਵੇਂ ਗੀਤਾਂ ਦੇ ਕੁਛ ਮੁਖੜੇ ਨੇ, ਕੁਛ ਨਿੱਕੀਆਂ ਨਿੱਕੀਆਂ ਨਜ਼ਮਾਂ ਵੀ ਨੇ, ਅਤੇ ਉਹਨਾਂ ਦੇ ਵਿੱਚੋਂ ਇੱਕ ਮੈਂ ਲਿਖਿਆ ਸੀਗਾ ਜਿਵੇਂ ਹਾਏ ਨੀ ਅਲਜਬਰਾ, ਹਾਏ ਨੀ ਅੰਗਰੇਜ਼ੀ, ਸਾਨੂੰ ਲੱਗਦੀ ਸਮਾਜ ਇੱਕ ਔਖੀ, ਨਾਗਰਿਕਤਾ ਵੀ ਕਿਹੜਾ ਸੌਖੀ, ਹਿਸਾਬ ਦਾ ਪਵਾੜਾ ਪੈ ਗਿਆ, ਸਾਨੂੰ ਲੱਗਦੀ ਇਹ ਖੇਡ ਪਿਆਰੀ, ਉੱਤੋਂ ਪੇਪਰਾਂ ਦੀ ਹੋਈ ਨਹੀਂ ਤਿਆਰੀ, ਮਹੀਨਾ ਸਾਰਾ ਇੱਕ ਰਹਿ ਗਿਆ। ਇਹ ਮੈਂ ਗਾਉਂਦੀ ਹੁੰਦੀ ਸੀ ਅਣਭੋਲ ਉਮਰ ਦੇ ਵਿੱਚ ਲਿਖੀ ਹੋਈ। ਇਹ ਮੈਨੂੰ ਆਵਾਜ਼ ਹਾਏ ਨੀ ਮੇਰਾ ਬਾਲਮ ਉਸ ਤਰਜ਼ ਤੇ ਮੈਨੂੰ ਗਾਉਂਦੀ ਹੁੰਦੀ ਸੀ ਆਪਣੇ ਇਸ ਗੀਤ, ਹਾਏ ਨੀ ਅਲਜਬਰਾ, ਏਦਾਂ ਕਰਕੇ ਨਾ। ਤੇ ਵੈਸੇ ਤੁਸੀਂ ਸੁਣਾ ਦਿਓ ਤਰੰਨੁਮ? ਨਹੀਂ, ਮੈਂ ਗਾ ਕੇ, ਮਤਲਬ ਮੈਨੂੰ ਗਾਉਣਾ ਨਹੀਂ ਆਉਂਦਾ, ਪਰ ਮੈਂ ਗੁਣਗੁਣਾ ਕੇ ਲਿਖਦੀ ਸੀਗੀ। ਫਿਰ ਮੈਂ ਜਦੋਂ ਮੈਨੂੰ ਬਹੁਤ ਜ਼ਿਆਦਾ ਮਤਲਬ ਵਿਰੋਧ ਹੋਇਆ ਘਰ ਦੇ ਵਿੱਚ, ਮਾਂ ਪਿਓ ਵੱਲੋਂ, ਸਹੁਰੇ ਪਰਿਵਾਰ ਦੇ ਵਿੱਚ, ਬਹੁਤ ਸਾਲ ਮਤਲਬ ਮੈਨੂੰ ਲਿਖਣ ਨਹੀਂ ਦਿੱਤਾ ਗਿਆ, ਕਾਪੀਆਂ ਪਾੜੀਆਂ ਤੁਸੀਂ ਕਣੀਆਂ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਸੀ, ਜੇ ਉਹ ਘਟਨਾ ਤੁਸੀਂ ਵਿਦਿਆਰਥੀ ਸਾਡੇ ਜਾਣ ਲੈਣਗੇ ਜੀ। ਤੇ ਫਿਰ ਜਦੋਂ ਨਾ ਇੱਦਾਂ ਸਟਰਗਲ ਜਿਹਾ ਮੈਨੂੰ ਕਰਨਾ ਪਿਆ, ਮਤਲਬ ਮੈਨੂੰ ਦੇਖਿਆ ਵੀ ਇੱਥੇ ਤਾਂ ਕਵਿਤਾ ਲਈ ਕੋਈ ਮਾਹੌਲ ਹੀ ਨਹੀਂ ਹੈਗਾ। ਫਿਰ ਵੀ ਜਿਹੜੇ ਕੁਛ ਗੀਤ ਸੀਗੇ ਮੇਰੇ, ਉਹ ਇੱਦਾਂ ਦੇ ਸੀਗੇ ਵੀ ਇੱਕ ਗੀਤ ਸੀਗਾ ਵੀ ਰੱਬ ਨੂੰ ਮੈਂ ਉਲਾਂਭਾ ਜਿਹਾ ਦਿੰਦੀ ਹਾਂ, ਜਿਵੇਂ ਵੀ ਫਾੜ ਇਨਸਾਫ ਵਾਲੀ ਤੱਕੜੀ ਵੇ ਰੱਬਾ, ਮੇਰਾ ਥੋੜ੍ਹਾ ਜਿਹਾ ਤੋਲ ਦੇ ਸਮਾਨ, ਇੱਕ ਪਾਸੇ ਪਾਲਾ ਅਰਮਾਨ ਮੇਰੇ ਦਿਲ ਦੇ, ਇੱਕ ਪਾਸੇ ਪਾਲਾ ਮੇਰੀ ਜਾਨ, ਰੱਖ ਅਰਮਾਨਾਂ ਵੱਟੇ
ਜਾਨ ਮੇਰੀ ਡਾਢੇ ਆਵੇ, ਝੋਲੀ ਪਾ ਦੇ ਮੇਰੇ ਅਰਮਾਨ, ਮੈਨੂੰ ਤਾਂ ਇਹ ਸੌਦਾ ਕੋਈ ਮਹਿੰਗਾ ਨਹੀਂ ਜਾਪਦਾ, ਤੈਨੂੰ ਵੀ ਜੇ ਹੋਵੇ ਪਰਵਾਨ। ਵਾਹ। ਇਦਾਂ ਦੀਆਂ ਮੈਂ ਤੁਕਾਂ ਜੋੜਦੀ ਹੁੰਦੀ ਸੀਗੀ। ਇਹ ਮੇਰੀਆਂ ਬਚਪਨ ਦੀਆਂ ਯਾਨੀ ਕਿ ਅੱਲੜ ਉਮਰ ਦੀਆਂ ਦੀ ਕਵਿਤਾ ਵਾ। ਤੁਸੀਂ ਇੱਕ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇਹ ਸਵਾਲ ਕੀਤਾ ਕਿ ਕਣੀਆਂ ਦੇ ਵਿੱਚ ਜਿਹੜੀ ਤੁਹਾਡੀ ਇੱਕ ਮਾਂ ਦੀ ਡਾਇਰੀ ਵਾਲੀ ਗੱਲ ਹੈਗੀ ਜੀ ਉਹਦੇ ਬਾਰੇ ਜੇ ਤੁਸੀਂ ਹਾਂਜੀ, ਉਹ ਇਦਾਂ ਚਰਨਜੀਤ ਜੀ ਮੈਂ ਦੱਸਦੀ ਹਾਂ ਤੁਹਾਨੂੰ ਵੀ ਜਿਹੜੀ ਮੇਰੀ ਮਾਂ ਸੀ ਨਾ, ਉਹ ਲਿਖਣ ਤਾਂ ਨਹੀਂ ਸੀ ਜਾਣਦੀ, ਪਰ ਉਹਨੂੰ ਗੀਤਾਂ ਨਾਲ ਪਿਆਰ ਸੀਗਾ। ਉਹ ਗੀਤ ਇਕੱਠੇ ਕਰਦੀ ਸੀ, ਆਪਣੀ ਪਸੰਦ ਦੇ ਗੀਤ, ਜਿਵੇਂ ਵਿਆਹਾਂ ਸ਼ਾਦੀਆਂ ਤੇ ਗਾਏ ਜਾਣ ਵਾਲੇ, ਜਾਂ ਧਾਰਮਿਕ ਗੀਤ ਜਿਵੇਂ ਜਮਲੇ ਜੱਟ ਦੀ ਆਵਾਜ਼ 'ਚ ਹੁੰਦੇ ਸੀ ਜਿਹੜੇ ਉਹਨੂੰ ਬੜੇ ਚੰਗੇ ਲੱਗਦੇ ਸੀਗੇ, ਵੀ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀਏ, ਇਦਾਂ ਦੇ ਹਨਾ। ਤੇ ਉਹਦੀ ਕਾਪੀ 'ਚ ਇਕੱਠੇ ਕੀਤੇ ਹੋਏ ਸੀਗੇ। ਤੇ ਉਹ ਜਦੋਂ ਕਾਪੀ ਮੇਰੇ ਹੱਥ ਆਉਂਦੀ ਸੀ ਤਾਂ ਮੇਰੇ ਤੋਂ ਨਾ ਨਿੱਕੀ ਹੁੰਦੀ ਤੋਂ ਖੋ ਕੇ ਉੱਪਰ ਰੱਖ ਦਿੰਦੀ ਸੀ ਉੱਚੇ ਥਾਂ, ਵੀ ਪਾੜ ਦੇਣਗੀਆਂ ਇਹ ਹਨਾ, ਤੇ ਸਾਨੂੰ ਦੇਖਣ ਨਹੀਂ ਸੀ ਦਿੰਦੀ। ਤੇ ਉਸ ਕਾਪੀ ਨੂੰ ਮਤਲਬ ਫਿਰ ਮੈਂ ਦੇਖਿਆ ਨਹੀਂ, ਬਾਅਦ 'ਚ ਹੌਲੀ ਹੌਲੀ ਵਿਚਾਰੀ ਤੋਂ ਸਾਂਭੀ ਨਹੀਂ ਗਈ ਹਨਾ, ਉਹ ਪਾਟ ਫੂਟ ਗਈ, ਕਿੱਥੇ ਸੈੱਟ ਸੂਟ ਦਿੱਤੀ ਉਹਨੇ, ਪਤਾ ਨਹੀਂ ਕਿੱਥੇ ਰੁਲ ਗਈ ਹਨਾ। ਤੇ ਪਰ ਉਹ ਮੇਰੇ ਚੇਤਿਆਂ ਦੇ ਵਿੱਚ ਵਸੀ ਰਹਿ ਗਈ। ਤੇ ਉਹ ਗੀਤ ਵੀ ਜਿਹੜੇ ਉਹਦੇ ਆਪਣੇ ਹੱਥ ਨਾਲ ਲਿਖੇ ਹੋਏ ਸੀਗੇ, ਉਹ ਫਿਰ ਮੈਨੂੰ ਲੱਗਦਾ ਸੀਗਾ ਵੀ ਮੇਰੀ ਮਾਂ ਦੀ ਉਹ ਕਾਪੀ ਕਿੱਥੇ ਗਈ, ਉਹਨੇ ਸਾਂਭੀ ਕਿਉਂ ਨਹੀਂ ਹਨਾ। ਤੇ ਜਦੋਂ ਮੈਨੂੰ ਲੱਗਿਆ ਵੀ ਮੈਂ ਵੀ ਹੁਣ ਗੀਤ ਲਿਖਣ ਲੱਗ ਗਈ, ਤੇ ਮੈਂ ਤਾਂ ਆਪਣੇ ਹੀ ਲਿਖਣ ਲੱਗ ਗਈ। ਮੈਨੂੰ ਲੱਗਿਆ ਵੀ ਮੈਂ ਇਹ ਮਾਂ ਦੇ ਗੀਤ ਹੀ ਲਿਖਦੀ ਹਾਂ। ਤੇ ਮਾਂ ਦਾ ਜਿਹੜੇ ਦੁੱਖ ਦੇਖੇ ਸੀਗੇ ਉਹਦੇ, ਮੇਰਾ ਜਿਹੜਾ ਕਿ ਪਿਤਾ ਦਾ ਜਿਹੜਾ ਅੜਬ ਸੁਭਾਅ ਸੀਗਾ, ਮੈਂ ਆਪਣੇ ਬਹੁਤ ਥਾਂ ਲਿਖਿਆ ਹੋਇਆ ਇਹ ਜਾਂ ਬੋਲਿਆ ਹੋਇਆ, ਜਾਂ ਉਹ ਸਾਰਾ ਕੁਛ ਨਾ ਫਿਰ ਮੈਨੂੰ ਉਹਦੇ ਰਾਹੀਂ ਜਾਣੀ ਉਸ ਕਵਿਤਾ ਦੇ ਵਿੱਚ ਮੈਥੋਂ ਲਿਖਿਆ ਗਿਆ ਆਪੇ ਹੀ ਹਨਾ, ਸਹਿਜ ਸੁਭਾਈ ਵੀ ਇਹ ਸੰਵੇਦਨਸ਼ੀਲਤਾ ਜਾਨੀ ਤੁਹਾਡੇ ਵਿੱਚ ਮਾਂ ਵੱਲੋਂ ਆਈ। ਹਾਂ, ਮੈਂ ਕਿਹਾ ਵੀ ਜਿਹੜੀ ਮੇਰੀ ਮਾਂ ਗੀਤ ਨਹੀਂ ਆਪਣੇ ਗੀਤਾਂ ਨੂੰ ਪਿਆਰ ਕਰ ਸਕੀ, ਉਹ ਗੀਤ ਗਾ ਨਹੀਂ ਸਕੀ ਜਾਂ ਗੀਤ ਸਾਂਭ ਨਹੀਂ ਸਕੀ, ਉਹ ਗੀਤ ਮੈਂ ਲਿਖ ਲਿਖ ਕੇ ਆਪਣੀਆਂ ਕਾਪੀਆਂ ਭਰ ਭਰ ਕੇ ਆਪਣੇ ਪਿਓ ਤੋਂ ਬਦਲਾ ਲੈਣਾ। ਉਹ ਮੈਂ ਗੀਤ ਮੈਂ ਲਿਖ ਕੇ ਮੈਂ ਲਿਖਦੀ ਸੀ ਕਿ ਮੈਂ ਆਪਣੇ ਜੇ ਨਾ ਮੇਰੇ ਪਿਓ ਨੇ ਜਿਹੜੀਆਂ ਸਾਡੀਆਂ ਕਾਪੀਆਂ ਪਾੜੀਆਂ ਹਨਾ, ਜਾਂ ਮੇਰੀ ਮਾਂ ਨੂੰ ਇੰਨਾ ਕੁੱਟਿਆ, ਜਾਂ ਸਾਡੇ ਸਾਰਿਆਂ ਤੇ ਬੱਚਿਆਂ ਤੇ ਤਸ਼ੱਦਦ ਕੀਤੇ ਉਹਨੇ। ਤੇ ਉਹ ਮੈਨੂੰ ਜਦੋਂ ਮੈਂ ਗੀਤ ਲਿਖਦੀ ਸੀਗੀ, ਪ੍ਰੇਮ ਭਰੇ ਗੀਤ ਲਿਖਦੀ ਸੀਗੀ, ਜਾਂ ਹਨਾ, ਮੈਨੂੰ ਐਂ ਲੱਗਦਾ ਸੀਗਾ ਵੀ ਮੈਂ ਇਹਨਾਂ ਤੋਂ ਬਦਲਾ ਲੈ ਰਹੀ ਹਾਂ, ਜਿਹੜੇ ਮੈਨੂੰ ਗੀਤ ਮੇਰੀ ਮਾਂ ਨੂੰ ਵੀ ਕੁੱਟਦੇ ਮਾਰਦੇ ਸੀ। ਮੇਰੀ ਮਾਂ ਦੀ ਕਾਪੀ ਵੀ ਉਹਨਾਂ ਨੇ ਪਾੜਤੀ, ਮੇਰੀਆਂ ਕਾਪੀਆਂ ਵੀ ਮੈਨੂੰ ਵੀ ਨਹੀਂ ਲਿਖਣ ਦਿੱਤਾ, ਮੇਰੀਆਂ ਕਾਪੀਆਂ ਵੀ ਚਾਹੇ ਮੇਰੀ ਮਾਂ ਨੇ ਹੀ ਪਾੜੀਆਂ ਹਨਾ, ਤੇ ਪਰ ਉਹਨੇ ਪਿਓ ਤੋਂ ਡਰਦੀ ਨੇ ਪਾੜੀਆਂ ਮੇਰੀਆਂ ਕਾਪੀਆਂ, ਮੇਰੀ ਮਾਂ ਨੇ। ਤੇ ਫਿਰ ਮੈਨੂੰ ਇਦਾਂ ਲੱਗਦਾ ਸੀਗਾ ਵੀ ਮੈਂ ਆਪਣੇ ਇਹ ਮੇਰੀ ਬਗਾਵਤ ਹੈ ਇੱਕ ਉਸ ਪਿਤਰੀ ਸੱਤਾ ਦੇ ਲਈ, ਤੁਹਾਡੀ ਰਚਨਾ ਦੇ ਵਿੱਚ ਮੇਰੀ ਖਾਮੋਸ਼ ਬਗਾਵਤ ਆ ਇਹ, ਤੇ ਮੈਂ ਉਹ ਤੋਂ ਬਦਲਾ ਲੈ ਰਹੀ ਹਾਂ ਆਪਣੇ ਪਿਤਾ ਤੋਂ। ਹੁਣ ਜਦੋਂ ਤੁਸੀਂ ਇਹ ਸਟੇਜ ਤੇ ਕਵਿਤਾ ਲਿਖਦੇ ਹੋ, ਅਜੇ ਵੀ ਤੁਹਾਡੇ ਮਨ ਦੇ ਵਿੱਚ ਜਿਹੜਾ ਬਾਪ ਦਾ ਉਹ ਅੜਬ ਸੁਭਾਅ ਵਾਰ-ਵਾਰ ਇੱਕ ਪਿਤਰੀ ਪ੍ਰਬੰਧ ਦੇ ਇੱਕ ਪ੍ਰਤੀਨਿਧ ਪਾਤਰ ਵਜੋਂ ਆਉਂਦਾ ਹੈ? ਪਰ ਜਦੋਂ ਮੈਂ ਵੱਡੀ ਹੋ ਗਈ ਹਨਾ, ਥੋੜੀ ਜਿਹੀ ਮੈਂ ਸਮਝਣ ਲੱਗੀ ਵੀ ਮੇਰੇ ਪਿਤਾ ਦਾ ਸੁਭਾਅ ਇਦਾਂ ਦਾ ਕਿਉਂ ਸੀ, ਉਹ ਆਪਣੀ ਪਤਨੀ ਨੂੰ ਆਪਣੇ ਬੱਚਿਆਂ ਨੂੰ ਕਿਉਂ ਕੁੱਟਦੇ ਮਾਰਦੇ ਸੀਗੇ, ਜਾਂ ਉਹ ਪਸ਼ੂਆਂ ਨੂੰ ਕਿਉਂ ਇੰਨਾ ਕੁੱਟਦੇ ਸੀਗੇ, ਜਾਂ ਉਹ ਇੰਨਾ ਕਿਉਂ ਕਲਪੇ ਰਹਿੰਦੇ ਸੀਗੇ ਇਦਾਂ ਹਨਾ। ਵੀ ਫਿਰ ਮੈਨੂੰ ਹੁਣ ਵੱਡੀ ਹੋ ਕੇ ਸਮਝ ਲੱਗੀ ਆ ਵੀ ਉਹ ਇੱਕ ਕਬੀਲਦਾਰ ਬੰਦਾ ਸੀਗਾ, ਉਹਦੀਆਂ 5 ਧੀਆਂ ਸੀਗੀਆਂ, ਤੇ ਉਹ ਆਰਥਿਕਤਾ ਜਿਹੜੀ ਉਹਦੀ ਬਹੁਤ ਮਾੜੀ ਸੀਗੀ, ਤੇ ਵੀ ਉਹ ਕਿੰਨਾ ਦੁਖੀ ਹੁੰਦਾ ਹੋਊਗਾ, ਕਿੰਨਾ ਉਹਦੇ ਤੇ ਪ੍ਰੈਸ਼ਰ ਹੁੰਦਾ ਹੋਊਗਾ, ਤੇ 5 ਧੀਆਂ ਦਾ, ਤੇ ਉਹ ਵੀ ਮਤਲਬ ਉਹ ਸਾਨੂੰ ਕਿਵੇਂ ਡੱਕ ਕੇ ਰੱਖਦੇ ਸੀਗੇ ਘਰੇ, ਬਾਹਰ ਨਹੀਂ ਸੀ ਨਿਕਲਣ ਦਿੰਦੇ, ਡਰਦਾ ਹੋਊ ਸਮਾਜ ਤੋਂ। ਤੇ ਉਹਨੂੰ ਵੀ ਤਾਂ ਪਤਾ ਸੀ ਨਾ ਵੀ ਸਾਡਾ ਸਮਾਜ ਕਿਹੋ ਜਿਹਾ ਵਾ। ਤੁਹਾਨੂੰ ਲੱਗਦਾ ਇੱਕ ਸਮਾਜਿਕ ਪ੍ਰੈਸ਼ਰ ਸੀ? ਸਮਾਜਿਕ ਪ੍ਰੈਸ਼ਰ, ਆਰਥਿਕ ਪ੍ਰੈਸ਼ਰ ਹਨਾ, ਇੱਕ ਉਹਦੀਆਂ ਕਿ ਉਹ ਤਾਂ ਪਾਗਲ ਹੋ ਜਾਂਦਾ ਸੀਗਾ, ਜਿਵੇਂ ਡਰਿੰਕ ਕਰਨ ਤੋਂ ਬਾਅਦ ਜ਼ਿਆਦਾ ਉਹ ਸ਼ਾਮ ਨੂੰ ਉਹ ਰੋਜ਼ ਘਰ ਆ ਕੇ ਕੁੱਟਮਾਰ ਕਰਦੇ ਸੀਗੇ। ਜੇ ਬੱਚੇ ਅਸੀਂ ਤਾਂ ਪਹਿਲਾਂ ਹੀ ਸੌਂ ਜਾਂਦੇ ਸੀ ਜਾਂ ਦਰਵਾਜ਼ਿਆਂ ਪਿੱਛੇ ਲੁਕ ਜਾਂਦੇ ਸੀ ਜਦੋਂ ਉਹਦੇ ਆਉਣ ਦਾ ਵੇਲਾ ਹੁੰਦਾ ਸੀ, ਅਸੀਂ ਛੋਟੇ ਹੁੰਦੇ ਸੀ। ਤੇ ਫਿਰ ਉਹ ਕਈ ਵਾਰੀ ਪਸ਼ੂਆਂ ਵਾਲੇ ਪਾਸੇ ਜਾ ਕੇ ਪਸ਼ੂਆਂ ਨੂੰ ਕੁੱਟਿਆ ਆਉਂਦਾ ਸੀਗਾ, ਇਦਾਂ ਦੀ ਹਾਲਤ ਸੀਗੀ। ਤੇ ਹੁਣ ਫਿਰ ਮੈਨੂੰ ਉਹਦੇ ਤੇ ਤਰਸ ਆਉਣ ਲੱਗ ਪਿਆ ਵੀ ਇਹ ਜਿਹੜੀ ਸਾਡੀ ਪਿਤਰੀ ਸੱਤਾ ਵਾ, ਸਿਰਫ ਸਾਨੂੰ ਔਰਤਾਂ ਲਈ ਨਹੀਂ, ਇਹ ਸਾਡੇ ਪੁਰਸ਼ਾਂ ਲਈ ਵੀ ਮਤਲਬ ਉਨੇ ਦੁੱਖਦਾਇਕ ਆ। ਇਹਦੇ ਵਿੱਚ ਪੁਰਸ਼ ਵੀ ਨਿਪੀੜਿਆ ਹੋਇਆ ਵਾ, ਤੇ ਉਹਨੂੰ ਵੀ ਨਹੀਂ ਸਮਝ ਲੱਗ ਰਹੀ ਪੁਰਸ਼ ਨੂੰ ਵੀ ਮੈਂ ਇਹਦੇ ਚੋਂ ਕਿਵੇਂ ਨਿਕਲਣਾ ਵਾ, ਵੀ ਉਹ ਵੀ ਉਹਦਾ ਹੀ ਸਤਾਇਆ ਹੈ, ਦੁਖੀ ਕੀਤਾ। ਜੇ ਵੀ ਅਸੀਂ ਔਰਤਾਂ ਪੁਰਸ਼ ਜਿਹੜੇ ਆ, ਅਸੀਂ ਸਾਡੇ 'ਚ ਪਿਆਰ ਦੇ ਨਾਲ ਅਸੀਂ ਇੱਕ ਦੂਜੇ ਨੂੰ ਸਮਝਣ ਲੱਗ ਜਾਈਏ, ਇੱਕ ਦੂਜੇ ਨੂੰ ਉਹਦੀ ਥਾਂ ਬਣਦੀ ਥਾਂ ਦੇਣ ਲੱਗ ਜਾਈਏ, ਤੇ ਫਿਰ ਸ਼ਾਇਦ ਇਹ ਰੌਲੇ ਹੀ ਮੁੱਕ ਜਾਣ।
ਇਸ ਤਰ੍ਹਾਂ ਦੀਆਂ ਗੱਲਾਂ। ਸੁਖਵਿੰਦਰ, ਤੁਹਾਡਾ ਇਹ ਛੋਟੀ ਉਮਰ ਦੇ ਵਿੱਚ ਪੜ੍ਹਾਈ ਛੁੱਟ ਗਈ, ਇਹਦਾ ਤੁਸੀਂ ਅਕਸਰ ਗਾਹੇ ਬਗਾਹੇ ਜ਼ਿਕਰ ਕਰਦੇ ਹੋ। ਜੀ ਜਾਨੀ 10ਵੀਂ ਪਾਸ ਕਰਨ ਤੋਂ ਪਹਿਲਾਂ ਹੀ ਨੌਵੀਂ ਤੁਹਾਡਾ ਪਾਸ ਵਿਆਹ ਕਰ- ਹੋ ਗਿਆ? ਨੌਵੀਂ ਪਾਸ ਕਰਨ ਕਰਕੇ, ਤੋਂ। ਹਾਂਜੀ। ਅੱਛਾ ਜੀ। ਤੇ ਕੀ ਕਾਰਨ ਸੀ ਕਿ 10ਵੀਂ ਤੋਂ ਪਹਿਲਾਂ ਹੀ ਤੁਹਾਡਾ ਵਿਆਹ ਕਰ ਦਿੱਤਾ ਜਦੋਂ ਗਿਆ? 9ਵੀਂ ਪਾਸ ਕੀਤੀ ਸੀਗੀ, ਮੈਂ ਹਾਲੇ ਪੇਪਰ ਹੀ ਦੇ ਰਹੀ ਸੀ 9ਵੀਂ ਦੇ, ਤੇ ਮੇਰੇ ਵੀਰ ਦੇ ਸੱਟ ਲੱਗ ਗਈ ਸੀਗੀ ਤੇ ਮੈਨੂੰ ਪੜ੍ਹਨੋਂ ਹਟਾ ਲਿਆ, ਕਿਉਂਕਿ ਮੈਂ ਵੱਡੀ ਸੀ, ਘਰ 'ਚ ਖੇਤੀਬਾੜੀ ਦਾ ਅੱਛਾ। ਸੀਗਾ ਕੰਮ, ਠੀਕ। ਹੈਲਪ ਲਈ। ਪਰ ਉਸ ਤੋਂ ਬਾਅਦ ਮੈਂ ਮੇਰੇ ਮਨ 'ਚ ਬਹੁਤ ਰੀਝ ਸੀ ਵੀ ਮੈਂ ਪੜ੍ਹ ਲਿਖ ਕੇ ਕੁਝ ਬਣਨਾ ਵਾ, ਕਿਉਂਕਿ ਮੈਂ ਗੀਤ ਲਿਖਣ ਤਾਂ ਪਹਿਲਾਂ ਹੀ ਲੱਗ ਪਈ ਸੀਗੀ ਤੇ ਮੇਰੇ ਮਨ 'ਚ ਇੱਕ ਕਾਵਕ ਤੇ ਇੱਕ ਸੰਵੇਦਨਸ਼ੀਲ ਮਨ ਸੀਗਾ, ਤੇ ਇੱਕ ਉਹ ਬਗਾਵਤ ਵਾਲਾ ਵੀ ਮੇਰਾ ਸੀਗਾ, ਇੱਕ ਜਿਹੜਾ ਮੇਰੇ 'ਚ ਤੇਵਰ ਸੀਗੇ ਮੇਰੀ ਰੂਹ ਦੇ ਵਿੱਚ, ਹੈ ਨਾ, ਮੇਰੀ ਸ਼ਖਸੀਅਤ ਦੇ ਵਿੱਚ, ਤੇ ਉਹ ਮਤਲਬ ਬਾਹਰ ਆਉਣ ਲਈ ਤੜਫਦੇ ਸੀਗੇ, ਹੈ ਨਾ। ਤੇ ਮੈਂ ਇਹ ਸਾਰਾ ਕੁਝ ਜਿਵੇਂ ਅਚੇਤੇ ਹੀ ਸਾਰਾ ਕੁਝ ਠੀਕ ਕਰਨਾ ਚਾਹੁੰਦੀ ਸੀਗੀ ਵੀ ਇਹ ਸਾਰਾ ਕੁਝ ਠੀਕ ਹੋ ਜਵੇ, ਨਾਰਮਲ ਹੋ ਜਵੇ, ਹੈ ਨਾ, ਵੀ ਜਿਹੜੇ ਇੱਕ ਸੁਖੀ ਪਰਿਵਾਰ ਹੋਵੇ। ਪਰ ਉਹ ਮੈਂ ਪੜ੍ਹ ਲਿਖ ਕੇ ਕੁਝ ਬਣ ਕੇ ਹੀ ਕਰ ਸਕਦੀ ਸੀਗੀ ਜੇ ਮੇਰੇ ਹੱਥ 'ਚ ਪੈਸੇ ਹੁੰਦੇ। ਮੈਨੂੰ ਲੱਗਦਾ ਸੀਗਾ ਜੇ ਮੈਂ ਪੈਸੇ ਕਮਾਉਂਗੀ ਫਿਰ ਸਾਰਾ ਕੁਝ ਠੀਕ ਹੋਊਗਾ, ਵੀ ਜੇ ਇੱਕ ਔਰਤ ਦੇ ਪਰਸ ਵਿੱਚ ਪੈਸੇ ਹੋਣ ਤੇ ਉਹ ਆਪਣੀ ਮਨਪਸੰਦ ਦੀ ਚੀਜ਼ ਆਪ ਲਵੇ ਤੇ ਉਹ ਮਰਦ ਦੀ ਗੁਲਾਮੀ ਉਹਨੂੰ ਨਾ ਭੋਗਣੀ ਪਵੇ। ਵੀ ਮੇਰੀ ਬੀਬੀ ਨੂੰ ਆਪਣੇ ਉਹ ਤੋਂ ਪਤੀ ਤੋਂ ਪੈਸੇ ਮੰਗਣੇ ਪੈਂਦੇ ਸੀ ਹਰ ਚੀਜ਼ ਲਈ, ਪਰ ਉਹ ਦਿੰਦਾ ਨਹੀਂ ਸੀਗਾ, ਉਹਦਾ ਘਰ ਦੇ ਰਾਸ਼ਨ ਲਈ ਵੀ ਨਹੀਂ ਪੈਸੇ ਦਿੰਦਾ, ਹਨਾ। ਤੇ ਉਹ ਡਰਦੀ ਕਹਿੰਦੀ ਸੀ ਵੀ ਅੱਜ ਗੁੜ ਮੁੱਕਿਆ ਹੋਇਆ, ਅੱਜ ਚਾਹ ਮੁੱਕੀ ਹੋਈ, ਹੈ ਨਾ। ਤੇ ਫਿਰ ਉਹ ਵੀ ਉਹ ਕੁੱਟਦਾ ਸੀਗਾ ਵੀ ਮੇਰੇ ਪੈਸੇ ਕਿਉਂ ਮੰਗਦੀਆਂ, ਹਨਾ, ਤੁਹਾਡਾ ਤਾਂ ਕੁਛ ਨਾ ਕੁਛ ਨਿੱਤ ਮੁੱਕੇ ਹੀ ਰਹਿੰਦਾ। ਤੇ ਮੈਨੂੰ ਲੱਗਦਾ ਸੀਗਾ ਵੀ ਜੇ ਮੇਰੀ ਬੀਬੀ ਵੈਸੇ ਕੱਪੜੇ ਸਿਉਂਦੀ ਹੁੰਦੀ ਸੀਗੀ ਲੋਕਾਂ ਦੇ, ਫਿਰ ਉਹ ਥੋੜੇ ਹੱਥ 'ਚ ਪੈਸੇ ਆਉਂਦੇ ਸੀਗੇ, ਹਨਾ, ਤੇ ਕੋਈ ਚੀਜ਼ਾਂ ਘਰ ਦੀਆਂ ਲੈਂਦੀ ਸੀ, ਬੱਚਿਆਂ ਨੂੰ ਲੈ ਦਿੰਦੀ ਸੀਗੀ। ਤੇ ਮੈਂ ਸੋਚਦੀ ਸੀਗੀ ਵੀ ਜੇ ਮੈਂ ਕਮਾਉਣ ਲੱਗ ਜਾਊਂਗੀ ਪੜ੍ਹ ਲਿਖ ਕੇ ਤੇ ਫਿਰ ਮੈਨੂੰ ਆਪਣੇ ਹਸਬੈਂਡ ਕੋਲ ਪੈਸੇ ਨਹੀਂ ਮੰਗਣੇ ਪੈਣਗੇ ਤੇ ਫਿਰ ਮੇਰੀ ਜੂਨ ਥੋੜੀ ਜਿਹੀ ਸੌਖੀ ਰਹੂਗੀ। ਵੀ ਮੇਰੀ ਬੀਬੀ ਸ਼ਾਇਦ ਤਾਂ ਹੀ ਇਸ ਹਸਬੈਂਡ ਨੂੰ ਛੱਡ ਨਹੀਂ ਸਕੇਗੀ, ਵੀ ਇਹ ਕਿੱਥੇ ਜਾਂਦੀ ਛੱਡ ਕੇ, ਇਹ ਕਿਹੜਾ ਪੈਸੇ ਰੋਜ਼ੀ ਕਮਾਉਂਦੀ ਰੋਟੀ ਤੇ ਆਸ਼ਰਿਤ ਹੈ, ਹਾਂ। ਬੱਚੇ ਤੇ ਨੇ। ਮਾਮੇ ਕਹਿ ਦਿੰਦੇ ਆ, ਨਾਨਾ ਕਹਿ ਦਿੰਦਾ ਵੀ ਧੀ ਆਪਦੇ ਘਰ ਜਾ, ਉਹ ਰੁੱਸ ਕੇ ਜਾਂਦੀ ਸੀਗੀ। ਪਰ ਫਿਰ ਮਾਮੇ ਤੇ ਨਾਨਾ ਜੀ ਕਹਿ ਦਿੰਦੇ ਸੀਗੇ ਵੀ ਆਪਣੇ ਘਰ ਜਾਓ ਭਾਈ, ਹਨਾ। ਫਿਰ ਮੇਰੇ ਪਾਪਾ ਜਾ ਕੇ ਲੈ ਆਉਂਦੇ ਸੀਗੇ। ਤੇ ਮੈਂ ਕਹਿੰਦੀ ਸੀ ਕਿ ਵੀ ਜੇ ਮੈਂ ਕਮਾਉਣ ਲੱਗੂੰਗੀ ਤਾਂ ਮੈਨੂੰ ਇਹੋ ਜਿਹੀ ਜ਼ਿੰਦਗੀ ਨਹੀਂ ਜਿਉਣੀ ਪਊਗੀ ਆਪਣੀ ਮਾਂ ਵਰਗੀ। ਤੇ ਫਿਰ ਤੁਹਾਡੀ ਸ਼ਾਦੀ ਛੋਟੀ ਉਮਰ 'ਚ ਜਿਸ ਤਰ੍ਹਾਂ, ਪਰ ਹਾਂ ਜਦੋਂ ਮੈਨੂੰ ਪੜ੍ਹਨੋਂ ਲਿਖਣੋਂ ਹਟਾਇਆ ਤੇ ਮੈਂ ਬਹੁਤ ਜ਼ਿਆਦਾ ਮਤਲਬ ਦੁਖੀ ਹੋਈ, ਰੋਈ, ਹਨਾ, ਵੀ ਮੈਂ ਵੀ ਹੁਣ ਇਹੋ ਜਿਹੀ ਜ਼ਿੰਦਗੀ ਉਹ ਜਿਊਂਗੀ ਵੀ ਹੁਣ ਇਹ ਵਿਆਹ ਕਰ ਦੇਣਗੇ ਤੇ ਫਿਰ ਮੈਨੂੰ ਵੀ ਇਦਾਂ ਹੀ ਆਪਣੀ ਮਾਂ ਵਾਂਗੂ ਹੀ ਕੁੱਟ ਖਾਣੀ ਪਊਗੀ ਸਾਰੀ ਉਮਰ। ਬਸ ਫਿਰ ਰੋਂਦੀ ਰਹੀ ਮੈਂ, ਬਹੁਤ ਜ਼ਿਆਦਾ ਰੋਂਦੀ ਰਹੀ, ਬਹੁਤ ਜ਼ਿਆਦਾ। 12 ਸਾਲ ਬਾਅਦ, ਹਨਾ, ਫਿਰ 2 ਸਾਲ ਬਾਅਦ ਵਿਆਹ ਹੋ ਗਿਆ, ਜਿੱਦਾਂ ਮੈਂ 9ਵੀਂ ਪੜ੍ਹ ਕੇ ਹਟੀ, ਹਨਾ। ਫਿਰ 2 ਸਾਲ ਬਾਅਦ ਮੇਰਾ ਵਿਆਹ ਹੋ ਗਿਆ। ਫਿਰ 10 ਸਾਲ ਬਾਅਦ ਜਾਣੀ ਕਿ ਮੇਰੇ ਘਰ ਵਾਲੇ ਦੇ ਮਨ ਮਿਹਰ ਪਈ, ਉਹਨੇ ਸਹਿਮਤ ਹੋਇਆ ਤੇ ਮੈਂ 10 ਸਾਲ ਮੈਂ ਉਹਦੀ ਤਰਲੇ ਕਰਦੀ ਰਹੀ, ਕਿਉਂਕਿ ਉਹ ਸੌਫਟ ਸੀਗੇ ਸੁਭਾਅ ਦੇ, ਨਰਮ ਸੁਭਾਅ ਦਾ ਬੰਦਾ ਸੀਗਾ ਤੇ ਉਹ ਮੈਨੂੰ ਕੁੱਟਦੇ ਮਾਰਦੇ ਨਹੀਂ ਸੀਗੇ। ਬੇਸ਼ੱਕ ਦੀ ਮੇਰੇ ਸਹੁਰੇ ਪਰਿਵਾਰ ਦੇ ਵੱਲੋਂ ਮੈਨੂੰ ਬਹੁਤ ਮਤਲਬ ਸਹਿਣਾ ਪਿਆ, ਕਿਉਂਕਿ ਮੇਰਾ ਵਿਆਹ 'ਚ ਦਾਜ ਦੂਜ ਨਹੀਂ ਸੀ ਬਹੁਤਾ ਆਇਆ ਤੇ ਉਹਨਾਂ ਨੂੰ ਆਸ ਸੀਗੀ ਵੀ ਜਿਵੇਂ ਮੇਰੇ ਵਿਚੋਲਣ ਨੇ ਉਹਨਾਂ ਨੂੰ ਕਿਹਾ ਹੋਇਆ ਸੀਗਾ ਵੀ ਚੰਗੇ ਘਰ ਦੀ ਕੁੜੀ ਆ, ਹਨਾ, ਤੇ ਉਹਨਾਂ ਨੂੰ ਆਸ ਮੁਤਾਬਕ ਦਾਜ ਨਹੀਂ ਸੀ ਕੋਈ ਮਿਲਿਆ। ਪਿੰਡ ਦੀ ਉਹ ਮੇਰੀ ਰਿਸ਼ਤੇਦਾਰੀ 'ਚੋਂ ਭੂਆ ਲੱਗਦੀ ਸੀਗੀ ਤੇ ਮੇਰੇ ਘਰ ਵਾਲੇ ਦੀ ਚਾਚੀ ਇੱਦਾਂ ਸੀਗਾ, ਹਨਾ। ਤੇ ਫਿਰ ਉਹ ਮੇਰੀ ਵਿਚੋਲਣ ਨੇ ਕਹਿਤਾ ਵੀ ਚੰਗਾ ਘਰ ਪਰਿਵਾਰ ਆ ਤੇ ਉਹਨਾਂ ਨੂੰ ਦਾਜ ਦੀ ਆਸ ਸੀਗੀ। ਫਿਰ ਉਹ ਜਿੱਦਣ ਮੈਂ ਵਿਆਹੀ ਆਈ ਸੀ ਉਦਣ ਹੀ ਸਾਡੇ ਉਹ ਮੇਰੀ ਵਿਚੋਲਿਆਂ ਨਾਲ ਤੇ ਸਹੁਰਿਆਂ ਦੀ ਲੜਾਈ ਹੋ ਗਈ ਸੀਗੀ। ਫਿਰ ਮੇਰੇ ਉਹ ਸਾਰਾ ਦੁੱਖ ਉਹਨਾਂ ਦਾ ਜਿਹੜਾ ਸੀਗਾ, ਜਿਹੜੀ ਗੁੱਸਾ ਸੀਗਾ ਵੀ ਸਾਨੂੰ ਇੱਕ ਗਰੀਬ ਘਰ ਦੀ ਲਿਆਤੀ, ਹਨਾ, ਵੀ ਸਾਨੂੰ ਆਸ ਮੁਤਾਬਕ ਸਾਡੇ ਮੁੰਡੇ ਦਾ ਵਿਆਹ ਨਹੀਂ ਹੋਇਆ ਤੇ ਉਹ ਸਾਰਾ ਉਹਨਾਂ ਦੇ ਮਨ ਦੇ ਵਿੱਚ, ਹਾਂ, ਉਹ ਸਾਰਾ ਮੇਰੇ ਵਿੱਚ ਦੀ ਲੰਘਦਾ ਸੀਗਾ। ਮੇਰੇ ਮਾਪਿਆਂ ਦਾ ਅੱਗਾ ਪਿੱਛਾ ਪਾਉਂਦੇ ਰਹਿੰਦੇ ਸੀਗੇ ਤੇ ਵਿਚੋਲਣ ਨੂੰ ਗਾਲਾਂ ਕੱਢਦੇ ਰਹਿੰਦੇ ਸੀ। ਪਰ ਮੇਰੀ ਉਮਰ ਉਦੋਂ 17 ਸਾਲਾਂ ਦੀ ਸੀਗੀ, ਮੈਂ ਬਹੁਤ ਮਾਸੂਮ ਸੀਗੀ ਤੇ ਮੈਂ ਸੌਣ ਛੱਡਦੀ ਸੀਗੀ। ਮੈਨੂੰ ਪਤਾ ਤਾਂ ਲੱਗਦਾ ਸੀਗਾ ਵੀ ਮੇਰੇ ਮਾਪਿਆਂ ਨੂੰ ਗਾਲਾਂ ਕੱਢਦੇ ਆ, ਪਰ ਮੈਂ ਕਿਹਾ ਮੈਂ ਹੁਣ ਕੀ ਕਰ ਸਕਦੀ ਹਾਂ, ਹਨਾ। ਤੇ ਮੇਰੇ ਮਾਪੇ ਵੀ ਇਦਾਂ ਦੇ ਸੀਗੇ ਵੀ ਮੈਂ ਉੱਥੇ ਵੀ ਨਹੀਂ ਸੀ ਜਾਣਾ ਚਾਹੁੰਦੀ ਤੇ ਉਹ ਮੈਂ ਸਾਰਾ ਸਹਿ ਲੈਂਦੀ ਸੀਗੀ, ਸਹੀ ਜਾਂਦੀ ਸੀਗੀ। ਪਰ ਮੈਨੂੰ ਇੱਕ ਪਾਸੇ ਇਹ ਸੀਗਾ ਵੀ ਮੇਰਾ ਘਰ ਵਾਲਾ ਮੰਨ ਜਾਵੇ ਤਾਂ ਮੈਨੂੰ ਸਕੂਲੇ ਪੜ੍ਹਨ ਲਾ ਦੇਵੇ, ਵੀ ਮੈਂ ਫਿਰ ਸਾਰਾ ਕੁਝ ਠੀਕ ਕਰ ਲਵਾਂ। ਯਾਨੀ ਇਹ ਮੈਨੂੰ ਸੀਗਾ ਵੀ ਮੈਂ ਪੜ੍ਹ ਲਿਖ ਕੇ ਨਾਲੇ ਤਾਂ ਮੈਂ ਆਪਣੇ ਗੀਤ ਲਿਖਣ ਲੱਗ ਜੂੰਗੀ, ਕਾਪੀਆਂ ਮੇਰੇ ਕੋਲ ਆ ਜਾਣਗੀਆਂ, ਪੈਨ ਆ ਜਾਣਗੇ, ਤੇ ਨਾਲੇ ਜਿਹੜਾ ਮੈਂ ਪੈਸੇ ਕਮਾਉਣ ਲੱਗ ਜੂੰਗੀ, ਨੌਕਰੀ ਕਰਨ ਲੱਗ ਜੂੰਗੀ, ਪੜ੍ਹ ਕੇ ਪੈਸੇ ਆ ਜਾਣਗੇ ਮੇਰੇ ਕੋਲੇ, ਕਿਉਂਕਿ ਸਹੁਰਿਆਂ ਦੀ ਹਾਲਤ ਵੀ ਉਹੋ ਜਿਹੀ ਸੀਗੀ ਤਕਰੀਬਨ। ਸੁਖਵਿੰਦਰ, ਇੱਕ ਹੱਥ ਦਾ ਨਿੱਜੀ ਸਵਾਲ ਹੈ। ਤੁਸੀਂ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਕਿ ਤੁਹਾਡਾ ਕੋਈ ਕਲਾਸ ਫੈਲੋ ਸੀ
ਜਦੋਂ ਤੁਸੀਂ ਸਕੂਲ ਛੱਡਿਆ ਕਿ ਤੁਹਾਡਾ ਉਹ ਆਖਰੀ ਦਿਨ ਸੀ ਤੇ ਉਹ ਉਦਾਸ ਹੋਇਆ ਸੀ? ਹਾਂਜੀ, ਉਦੋਂ ਨਾ ਮੈਂ ਬਹੁਤ ਛੋਟੀ ਸੀਗੀ ਤੇ ਮੈਨੂੰ ਇਦਾਂ ਕੋਈ ਮੇਰਾ ਕੋਈ ਝੁਕਾਅ ਨਹੀਂ ਸੀਗਾ। ਮੁੰਡੇ ਵੈਸੇ ਮੈਨੂੰ ਇਦਾਂ ਚੰਗੇ ਲੱਗਦੇ ਸੀਗੇ ਤੇ ਪਰ ਮੇਰਾ ਇਦਾਂ ਕੋਈ ਝੁਕਾਅ ਨਹੀਂ ਸੀਗਾ ਵੀ ਹਾਲੇ ਉਹ ਜਾਗਿਆ ਨਹੀਂ ਸੀਗਾ ਕੋਈ ਇੱਛਾ ਵੀ ਜਾਂ ਕੋਈ ਇਦਾਂ ਦੀ ਕੋਈ ਵੀ ਦੋਸਤੀ ਕਰਨੀ ਆ ਕਿਸੇ ਨਾਲ, ਜਾਂ ਆਪਣੇ ਉਹਦੇ ਮਾਹੌਲ ਹੀ ਨਹੀਂ ਸੀ ਹੁੰਦਾ ਵੀ ਕੁੜੀਆਂ ਮੁੰਡਿਆਂ ਨੂੰ ਬੁਲਾਉਂਦੀਆਂ ਨਹੀਂ ਸੀ ਹੁੰਦੀਆਂ। ਸਾਂਝਾ ਸਕੂਲ ਸੀਗਾ ਸਾਡਾ ਜਿਹੜਾ, ਉੱਥੇ ਮੁੰਡੇ ਵੀ ਪੜ੍ਹਦੇ ਸੀ ਕੁੜੀਆਂ ਵੀ, ਪਰ ਮੇਰਾ ਕੋਈ ਕਿਸੇ ਮੁੰਡੇ ਵੱਲ ਇਦਾਂ ਦਾ ਝੁਕਾਅ ਨਹੀਂ ਸੀਗਾ ਵੀ ਮੈਂ ਕਿਸੇ ਨਾਲ ਕੋਈ ਗੱਲ ਕਰਾਂ ਜਾਂ। ਪਰ ਇੱਕ ਮੁੰਡਾ ਨਾ ਮੈਨੂੰ ਬਹੁਤ ਮਤਲਬ ਪਿੱਛੇ ਪਿੱਛੇ ਆਉਂਦਾ ਰਹਿੰਦਾ ਸੀ, ਦੇਖਦਾ ਹੁੰਦਾ ਸੀਗਾ ਤੇ ਉਹ ਮੈਨੂੰ ਚੰਗਾ ਨਹੀਂ ਸੀ ਲੱਗਦਾ, ਮੈਨੂੰ ਗੁੱਸਾ ਚੜ੍ਹਦਾ ਸੀਗਾ ਵੀ ਜਿਵੇਂ ਕੁੜੀਆਂ ਨੂੰ ਅਕਸਰ ਹੁੰਦਾ ਵੀ ਖਿੱਚ ਜਾਂਦੀਆਂ ਨੇ ਹਨਾ ਵੀ ਕਿਉਂ ਪਿੱਛਾ ਕਰਦਾ ਵਾ। ਤੇ ਉਹ ਜਦੋਂ ਮੈਂ ਜਿੱਦਣ ਮੇਰਾ ਆਖਰੀ ਦਿਨ ਸੀਗਾ ਨਾ, ਆਖਰੀ 9ਵੀਂ ਦੇ, ਕਿਉਂਕਿ ਘਰਦਿਆਂ ਨੇ ਕਿਹਾ ਸੀ ਪੇਪਰ ਦੇ ਲਾ ਬਸ ਹਨਾ। ਜਿੱਦਣ ਮੈਂ ਆਖਰੀ ਪੇਪਰ ਦੇ ਕੇ ਘਰ ਨੂੰ ਆਉਣਾ ਸੀ ਤੇ ਅਸੀਂ ਬੱਸ 'ਚ ਬੈਠ ਕੇ ਹਨਾ ਆਉਂਦੇ ਹੁੰਦੇ ਸੀ ਘਰੇ। ਪਿੰਡ ਸਾਡਾ ਦੂਆ ਪਿੰਡ ਸੀਗਾ ਤੇ ਉਹ ਆ ਕੇ ਜਦੋਂ ਮੈਂ ਬੱਸ 'ਚ ਬੈਠੀ ਆਏ ਸ਼ੀਸ਼ੇ ਵਾਲੇ ਪਾਸੇ ਤੇ ਥੋੜੀ ਬੱਸ ਖੜੀ ਰਹੀ ਥੋੜੀ ਦੇਰ ਹਨਾ ਤੇ ਜਦੋਂ ਬੱਸ ਤੁਰਨ ਲੱਗੀ ਨਾ ਅਚਾਨਕ ਮੇਰੀ ਐ ਨਿਗਾਹ ਪਈ ਥੋੜੀ ਦੂਰੀ ਤੇ ਨਾ ਇੱਕ ਕੰਧ ਜੀ ਨਾਲ ਢੋਲ ਆ ਕੇ ਨਾ ਉਹ ਮੁੰਡਾ ਖੜਾ ਸੀ, ਪਤਾ ਨਹੀਂ ਕਦੋਂ ਦਾ। ਅੱਛਾ। ਤੇ ਉਹਦਾ ਨਾ ਚਿਹਰਾ ਐ ਕਮਲਾਇਆ ਜਿਹਾ ਹੋਇਆ ਸੀਗਾ ਬਹੁਤ, ਤੇ ਮੈਂ ਤਾਂ ਸੀਗੀ ਦੁਖੀ ਕਿ ਮੈਨੂੰ ਪਤਾ ਸੀਗਾ ਵੀ ਅੱਜ ਮੇਰਾ ਆਖਰੀ ਦਿਨ ਆ ਇੱਥੇ, ਮੈਨੂੰ ਪੜ੍ਹਨ ਨੂੰ ਹਟਾ ਲੈਣਾ, ਫਿਰ ਪਤਾ ਨਹੀਂ ਮੈਨੂੰ ਪੜ੍ਹਨ ਦੇਣਾ ਕਿ ਨਹੀਂ ਪੜ੍ਹਨ ਦੇਣਾ। ਤੇ ਉਹ ਜਦੋਂ ਮੈਂ ਉਹਦੇ ਵੱਲ ਨਿਗਾਹ ਕੀਤੀ ਨਾ ਤੇ ਉਹ ਬਹੁਤ ਹੀ ਉਦਾਸ ਖੜਾ ਸੀਗਾ, ਜਿਵੇਂ ਉਹਨੂੰ ਪਤਾ ਲੱਗ ਗਿਆ ਹੋਵੇ ਅੱਛਾ ਵੀ ਇਹਨੇ ਪੜ੍ਹਨੋਂ ਹਟ ਜਾਣਾ ਹਨਾ, ਪਤਾ ਨਹੀਂ। ਤੇ ਅੱਗੇ ਉਹਨੇ ਕਦੇ ਨਹੀਂ ਸੀ ਇਦਾਂ ਕੀਤਾ। ਤੇ ਜਦੋਂ ਬੱਸ ਫਿਰ ਤੁਰੀ ਹਨਾ ਤੇ ਮੈਂ ਉਹਦੇ ਵੱਲ ਐ ਦੇਖਿਆ, ਜਦੋਂ ਨਿਗਾਹ ਟਕਰਾਈ ਤੇ ਉਹਨੇ ਨਾ ਉਦਾਸ ਜਿਹਾ ਹੋ ਕੇ ਇਦਾਂ ਕੀਤਾ ਹਨਾ, ਬਾਂਹ ਤਾਂ ਕਰਕੇ ਹੱਥ ਜਿਹਾ ਲਾਇਆ। ਇੱਕ ਪਾਸੜ ਮੁਹੱਬਤ ਸੀ ਉਸ ਲੜਕੇ ਨੂੰ ਤੁਹਾਡੇ ਨਾਲ, ਹਾਂਜੀ ਹੈ ਨਾ? ਹਾਂ। ਤੇ ਨਾ ਮੈਂ ਦੇਖਿਆ ਤੇ ਮੈਨੂੰ ਵੀ ਲੱਗਿਆ ਵੀ ਹਾਏ ਵੀ ਮੈਨੂੰ ਕਿਸੇ ਨੇ ਨਹੀਂ ਹੋਰ ਵੀ ਇਦਾਂ ਉਦਾਸ ਹੋਇਆ ਵੀ ਮੈਨੂੰ ਇਹਦੇ ਚਿਹਰੇ ਤੇ ਅੱਜ ਉਦਾਸੀ ਲੱਗੀ ਤੇ ਅੱਜ ਹੀ ਇਹਨੇ ਕਿਉਂ ਹੱਥ ਲਾਇਆ, ਨਹੀਂ ਤਾਂ ਅੱਗੇ ਵੀ ਇੰਨੇ ਚਿਰਾਂ ਦਾ ਇਹ ਮੈਨੂੰ ਦੇਖਦਾ ਸੀਗਾ, ਅੱਗੇ ਉਹਨੇ ਕਦੇ ਇਦਾਂ ਨਹੀਂ ਸੀ ਕੀਤਾ। ਮੈਨੂੰ ਲੱਗਿਆ ਵੀ ਉਹਨੂੰ ਪਤਾ ਲੱਗ ਗਿਆ ਹੋਣਾ ਹਨਾ, ਜਿਵੇਂ ਮੈਂ ਕਲਾਸ 'ਚ ਕੁੜੀਆਂ ਨੂੰ ਦੱਸਿਆ ਹੋਣਾ ਵੀ ਮੈਂ ਅੱਜ ਦੱਸਿਆ ਹੀ ਹੋਊਗਾ ਵੀ ਮੈਂ ਅੱਜ ਆਖਰੀ ਪੇਪਰ ਆ ਤੇ ਅੱਜ ਤੋਂ ਬਾਅਦ ਮੈਂ ਆਉਣਾ ਨਹੀਂ, ਵੀ ਘਰ ਦੇ ਕਹਿੰਦੇ ਤੈਨੂੰ ਪੜ੍ਹਨ ਨੂੰ ਹਟਣਾ ਹਨਾ, ਹਟਾਉਣਾ ਵਾ। ਫਿਰ ਨਾ ਉਹ ਮੁੰਡਾ ਮੈਨੂੰ ਯਾਦ ਆਉਣ ਲੱਗ ਪਿਆ। ਸਕੂਲੇ ਤਾਂ ਮੈਂ ਮੁੜ ਕੇ ਨਹੀਂ ਗਈ ਪਰ ਨਾ ਹਮੇਸ਼ਾ ਮੈਨੂੰ ਯਾਦ ਆਉਂਦਾ ਰਿਹਾ ਕਰੇ, ਕਿਉਂਕਿ ਇੱਕ ਤਾਂ ਸਕੂਲ ਛੱਡਣ ਦਾ, ਸਹੇਲੀਆਂ ਦਾ ਤੋਂ ਵਿਛੜਨ ਦਾ ਦੁੱਖ, ਪੜ੍ਹਾਈ ਛੱਡਣ ਦਾ, ਤੇ ਇੱਕ ਫਿਰ ਉਹ ਵੀ ਰਲ ਗਿਆ ਵਿੱਚ। ਫਿਰ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਕਦੇ ਫਿਰ ਮਿਲਾਪ ਹੋਊਗਾ ਜਾਂ ਇਦਾਂ ਕੋਈ ਇਦਾਂ ਦੀ ਸਥਿਤੀ ਬਣੂਗੀ ਵੀ ਮੈਂ ਉਹਨੂੰ ਦੁਬਾਰਾ ਦੇਖ ਸਕੂੰਗੀ ਕਦੇ ਹਨਾ। ਤੇ ਫਿਰ ਸਾਡੇ ਨਾ ਵਿਸਾਖੀ ਦਾ ਮੇਲਾ ਆਇਆ ਸਾਲ ਬਾਅਦ, ਅਗਲੇ ਸਾਲ ਜਾਣੀ ਇੱਕ ਤਾਂ ਮਾਰਚ ਵਿੱਚ ਮੈਂ ਪੇਪਰ ਦੇ ਕੇ ਘਰੇ ਬੈਠ ਗਈ ਹਨਾ। ਫਿਰ ਅਗਲੇ ਸਾਲ ਤੱਕ ਮੇਰੀ ਬੀਬੀ ਦੀ ਬਾਂਹ ਵੀ ਠੀਕ ਹੋ ਗਈ ਹਨਾ। ਤੇ ਸਾਡੇ ਘਰ ਗੁਆਂਢੀਆਂ ਨੇ ਲਈ ਸੀ ਟਰਾਲੀ ਤੇ ਟਰੈਕਟਰ, ਉਹ ਕਹਿੰਦੇ ਆਪਾਂ ਸੰਗਤ ਨੂੰ ਲੈ ਕੇ ਨਾ ਵਿਸਾਖੀ ਦੇ ਮੇਲੇ ਤੇ ਜਾਣਾ। ਤੇ ਇੱਥੇ ਦਰਿਆ ਤੇ ਇੱਕ ਗੁਰਦੁਆਰਾ ਸੀ ਸਤਲੁਜ ਤੇ, ਵੀ ਉੱਥੇ ਆਪਾਂ ਮੇਲਾ ਦੇਖਣ ਜਾਣਾ ਸਾਰਿਆਂ ਨੇ ਵਿਸਾਖੀ ਦਾ। ਤੇ ਉਹ ਕਹਿੰਦੇ ਸਾਰੇ, ਕਿਉਂਕਿ ਉਹ ਇੱਕ ਧਾਰਮਿਕ ਰੰਗਤ ਸੀਗੀ, ਧਾਰਮਿਕ ਭਾਵਨਾ ਜਾ ਰਹੇ ਸੀਗੇ ਤੇ ਉਹਨਾਂ ਨੇ ਮਤਲਬ ਸਾਨੂੰ ਵੈਸੇ ਜਾਣ ਨਹੀਂ ਦਿੰਦੇ ਸੀਗੇ, ਘਰ ਦੇ ਕਦੇ ਲੈ ਕੇ ਨਹੀਂ ਸੀਗੇ ਆਏ, ਬਚਪਨ 'ਚ ਲੈ ਕੇ ਗਏ ਸੀ ਪਰ ਹੁਣ ਨਹੀਂ ਸੀ ਕਦੇ ਲੈ ਕੇ ਗਏ ਕਈ ਸਾਲਾਂ ਤੋਂ। ਪਰ ਫਿਰ ਉਸ ਟਰਾਲੀ ਦੇ ਵਿੱਚ ਸਾਨੂੰ ਵੀ ਬਿਠਾ ਕੇ ਲੈ ਗਏ ਤੇ 3-4 ਦਿਨ ਪਹਿਲਾਂ ਜਦੋਂ ਰੌਲਾ ਪੈਣ ਲੱਗਿਆ ਵੀ ਸਾਰਿਆਂ ਨੇ ਜਾਣਾ ਵਿਸਾਖੀ ਦੇਖਣ, ਸਾਰਿਆਂ ਨੇ, ਮੇਰੇ ਮਨ 'ਚ ਆ ਗਿਆ ਵੀ ਉਹ ਜਿਹੜਾ ਵਾ ਨਾ ਪਿੰਡ ਆ ਉਹਨਾਂ ਦਾ ਉੱਥੇ ਆ ਜਿੱਥੇ ਮੇਲਾ ਲੱਗਣਾ ਵਾ। ਅੱਛਾ, ਕਿਹੜਾ ਪਿੰਡ ਦਾ ਨਾਂ ਹੀ ਦੱਸ ਦਿਓ ਹੁਣ। ਨਹੀਂ ਲੱਗਦਾ ਇਹ ਤਾਂ ਨਹੀਂ ਦੱਸਣਾ। ਚਲੋ ਆਪਣੇ ਪਿੰਡ ਦਾ ਨਾਂ ਦੱਸ ਦਿਓ, ਅਸੀਂ ਅੰਦਾਜ਼ਾ ਲਾ ਲਾਂਗੇ ਕਿ ਪਿੰਡ ਕਿਹੜਾ ਹੋ ਸਕਦਾ। ਮੇਰਾ ਪਿੰਡ ਸਦਰਪੁਰਾ ਵਾ, ਸਿੱਧਵਾਂ ਬੇਟ ਦੇ ਕੋਲੇ, ਸਤਲੁਜ ਤੁਹਾਨੂੰ ਨੇੜੇ ਪੈਂਦਾ ਤੇ ਸਤਲੁਜ ਦੇ ਕੰਢੇ ਤੇ ਗੁਰਦੁਆਰਾ ਸੀਗਾ ਤੇ ਉਹ ਸਤਲੁਜ ਦੇ ਨੇੜੇ ਦੇ ਉਹੀ ਬੈਲਟ ਉੱਥੇ ਹੀ ਪਿੰਡ ਸੀਗਾ ਹਨਾ। ਤੇ ਫਿਰ ਮੈਂ ਕਿਹਾ ਵੀ ਸ਼ਾਇਦ ਵੀ ਉਹ ਵੀ ਆਜ ਵੀ ਮੇਲਾ ਦੇਖਣ, ਵੀ ਸਾਰੇ ਆਲੇ ਦੁਆਲੇ ਦੇ ਪਿੰਡਾਂ ਦੇ ਉੱਥੇ ਹੀ ਮੇਲਾ ਦੇਖਣ ਜਾਂਦੇ ਆ ਵਿਸਾਖੀ ਦਾ ਹਨਾ। ਤੇ ਫਿਰ ਨਾ ਮੈਨੂੰ ਥੋੜਾ ਜਿਹਾ ਉਮੀਦ ਜੀ ਜਾਗੀ ਤੇ ਅਸੀਂ ਚਲੇ ਗਏ ਸਾਰੇ। ਤਾਂ ਉਹ ਸਾਰੇ ਗੁਰਦੁਆਰੇ ਕਹਿੰਦੇ ਉਤਰੋ ਤੇ ਮੈਂ ਇੱਕ ਨਾ ਸਹੇਲੀ ਨੂੰ ਪਟਾ ਲਿਆ ਹਨਾ, ਮੈਂ ਕਿਹਾ ਵੀ ਆਪਾਂ ਟਰਾਲੀ ਤੇ ਬੈਠ ਕੇ ਮੇਲਾ ਦੇਖਾਂਗੇ, ਆਪਾਂ ਨਾ ਗੁਰਦੁਆਰੇ 'ਚ ਨਹੀਂ ਜਾਣਾ। ਉਹ ਬਾਕੀ ਸਾਰੇ ਚਲੇ ਗਏ ਤੇ ਅਸੀਂ ਨਾ ਗੁਰਦੁਆਰੇ ਉੱਥੇ ਟਰਾਲੀ ਤੇ ਬੈਠੀਆਂ ਰਹੀਆਂ ਤੇ ਉਹ ਸਾਰੇ ਆ ਗਏ ਲੰਗਰ ਛਕ ਕੇ, ਇਸ਼ਨਾਨ ਕਰਕੇ, ਜੋ ਵੀ ਖਰੀਦਣਾ ਖਰੀਦ ਕੇ ਹਨਾ। ਤੇ ਮਤਲਬ ਨਾ ਮੈਂ ਸਾਰਾ ਐ ਦੇਖੀ ਜਾਵਾਂ ਵੀ ਇਧਰੋਂ ਵੀ ਮੁੰਡੇ ਆਉਂਦੇ ਆ, ਇਧਰੋਂ ਵੀ ਲੰਘਦੇ ਆ, ਟੱਪਦੇ, ਨਜ਼ਰਾਂ ਉਸੇ ਨੂੰ ਲੱਭਦੀਆਂ ਸੀ। ਹਾਂ, ਉਹ ਪਰ ਉਹ ਨਾ ਦਿਸਿਆ ਮੈਨੂੰ ਕਿਤੇ ਹਨਾ
ਦੇਖੋ ਨਾ ਸਬੱਬ ਤੇ ਜਦੋਂ ਐਨ ਅਖੀਰ ਤੇ ਮੈਂ ਬਹੁਤ ਹੀ ਉਦਾਸ ਹੋ ਗਈ। ਮੈਂ ਕਿਹਾ ਮੇਲਾ ਵੀ ਨਹੀਂ ਦੇਖਿਆ ਤੇ ਵੀ ਰੋਟੀ ਵੀ ਨਹੀਂ ਖਾਧੀ ਹੈ ਨਾ, ਤੇ ਉਹ ਵੀ ਨਹੀਂ ਦਿਸਿਆ ਕਿਤੇ। ਤੇ ਫਿਰ ਜਦੋਂ ਨਾ ਟਰਾਲੀ ਤੁਰਨ ਲੱਗੀ, ਹਾਂ ਜਿਵੇਂ ਚੱਲਦੀ ਤਾਂ ਉਹੀ ਨਾ ਜਿਹਦੇ ਕੋਈ ਫਿਲਮ ਦਾ ਸੀਨ ਹੁੰਦਾ, ਜਿਵੇਂ ਉਹ ਬੱਸ ਤੁਰਨ ਲੱਗੀ ਤਾਂ ਮੈਂ ਉਹਨੂੰ ਦੇਖਿਆ ਸੀ ਨਾ। ਜਦੋਂ ਟਰਾਲੀ ਤੁਰਨ ਲੱਗੀ, ਭੀੜ ਦੇ ਵਿੱਚੋਂ ਹੌਲੀ ਹੌਲੀ ਜਿਵੇਂ ਨਿਕਲਣ ਲੱਗੀ ਹੈ ਨਾ ਟਰਾਲੀ, ਤੇ ਉਦੋਂ ਹੀ ਇੱਕਦਮ ਸਾਹਮਣੇ ਨਾ ਐ ਟਰੈਕਟਰ ਲੰਘਿਆ, ਤੇ ਟਰੈਕਟਰ ਦੇ ਉੱਤੇ ਨਾ 5-7 ਐ ਮੁੰਡੇ ਜੇ ਬੈਠੇ ਆ ਸਾਰੇ ਜੁੜ ਜੁੜ ਕੇ, ਤੇ ਉਹ ਵੀ ਹੌਲੀ ਹੌਲੀ, ਕਿਉਂਕਿ ਉੱਥੇ ਰਸ਼ ਸੀਗਾ, ਉਹ ਵੀ ਹੌਲੀ ਹੌਲੀ ਸਪੀਡ ਨਾਲ ਜਾ ਰਿਹਾ ਸੀਗਾ ਟਰੈਕਟਰ। ਸਾਡੀ ਵੀ ਟਰਾਲੀ ਹੌਲੀ ਹੌਲੀ ਨਿਕਲ ਰਹੀ ਸੀਗੀ, ਤੇ ਇੱਕਦਮ ਮੈਂ ਐਵੇਂ ਦੇਖਿਆ ਤੇ ਉਹਦੀ ਵੀ ਨਿਗਾਹ ਟਕਰਾਈ ਹੈ ਨਾ, ਬਸ ਉਹਨੇ ਨਾ ਜਦੀ ਛਾਲ ਮਾਰਤੀ ਟਰੈਕਟਰ ਤੋਂ। ਅੱਛਾ। ਤੇ ਜਦੋਂ ਨੇ ਛਾਲ ਮਾਰੀ ਤੇ ਮੈਂ ਬਸ ਇਦਾਂ ਹੋ ਗਿਆ ਜਿੱਦਾਂ ਨਾ ਦੱਸ ਨਹੀਂ ਸਕਦੀ ਮੈਂ। ਫਿਰ ਟਰਾਲੀ ਹੌਲੀ ਹੌਲੀ ਤੁਰੀ ਗਈ ਤੇ ਨਾ ਮੈਂ ਇਦਾਂ ਦੇਖਦੀ ਰਹੀ, ਤੇ ਫਿਰ ਉਹ ਪਿੱਛੇ ਪਿੱਛੇ ਆ ਗਿਆ ਟਰਾਲੀ ਦੇ। ਉਹ ਵੀ ਹੌਲੀ ਹੌਲੀ ਪਿੱਛੇ, ਥੋੜੇ ਜਿਹੇ ਫਾਸਲੇ ਤੇ ਨਾ ਹੌਲੀ ਹੌਲੀ ਪਿੱਛੇ ਤੁਰਿਆ ਆ। ਫਿਰ ਹੌਲੀ ਹੌਲੀ ਟਰਾਲੀ ਤੇਜ਼ ਹੋ ਗਈ, ਫਿਰ ਉਹ ਥੋੜਾ ਦੂਰ ਰਹਿ ਗਿਆ। ਫਿਰ ਜਦੋਂ ਜ਼ਿਆਦਾ ਥੋੜਾ ਦੂਰ ਰਹਿ ਗਿਆ ਤੇ ਫਿਰ ਉਹਨੇ ਇਦਾਂ ਇੱਕ ਵਾਰੀ ਤਾਂ ਹੱਥ ਲਾਇਆ। ਬਸ ਉਸ ਤੋਂ ਬਾਅਦ ਕੀ ਤੁਹਾਨੂੰ ਲੱਗਦਾ ਹੈ ਵੀ ਇਹ ਤੁਹਾਡੀ ਪਹਿਲੀ ਮੁਹੱਬਤ ਹੈ? ਨਹੀਂ, ਮੁਹੱਬਤ ਤਾਂ ਨਹੀਂ ਸੀਗੀ, ਪਰ ਚਲੋ ਮਨ ਦੇ ਵਿੱਚ ਸੀਗੀ ਕੋਈ। ਜੇ ਪਹਿਲੀ ਵਾਰੀ ਮੁਹੱਬਤੀ ਖਿੱਚ ਇੱਕ ਕਹਿ ਲਈਏ। ਕੁੜੀ ਦੇ ਮਨ ਵਿੱਚ ਕਿਸੇ ਮੁੰਡੇ ਲਈ ਪਹਿਲੀ ਵਾਰੀ ਤਸੱਵਰ ਬਣਿਆ। ਇੱਕ ਭਾਵ ਜਾਗੇ, ਜਾਂ ਇੱਕ ਮਤਲਬ ਜਿਹੜੀ ਇੱਕ ਔਰਤ ਪੁਰਸ਼ ਦੇ ਵਿੱਚ ਜਿਹੜੀ ਇੱਕ ਖਿੱਚ ਹੁੰਦੀ ਆ ਹਨਾ, ਸੋ ਉਹ ਉਦੋਂ ਫਿਰ ਜਾਗੀ ਸੀਗੀ। ਪਰ ਉਸ ਤੋਂ ਬਾਅਦ ਫਿਰ ਉਹ ਕਦੇ ਮੌਕਾ ਨਹੀਂ ਬਣਿਆ ਕਦੇ ਕਦੇ ਸੁਪਨਿਆਂ ਚ ਆਇਆ ਨਹੀਂ। ਉਦੋਂ ਮੁੜ ਕੇ ਫਿਰ ਇਦਾਂ ਹੋਇਆ ਚਰਨਜੀਤ ਵੀ ਮੇਰਾ ਵਿਆਹ ਹੋ ਗਿਆ ਨਾ, ਤੇ ਉਦੋਂ ਬਾਅਦ ਮੈਂ ਸੋਚਣ ਲੱਗ ਪਈ, ਮੈਨੂੰ ਯਾਦ ਕਰਦੀ ਰਹੀ ਵੀ ਜਦੋਂ ਮੈਂ ਵੱਡੀ ਹੋ ਗਈ ਨਾ, ਜ਼ਿਆਦਾ ਵੱਡੀ ਹੋ ਗਈ, ਵੀ ਜਦੋਂ ਮੈਂ ਇਕੱਲੀ ਆਉਣ ਜਾਣ ਲੱਗ ਗਈ ਆਪਣੇ ਪਿੰਡਾਂ ਵੱਲ ਨੂੰ, ਵੀ ਫਿਰ ਨਾ ਮੈਂ ਉਹਨਾਂ ਦੇ ਪਿੰਡ ਜ਼ਰੂਰ ਜਾ ਕੇ ਆਉਂਗੀ ਇੱਕ ਵਾਰੀ। ਤੇ ਨਾ ਮੈਂ ਇਦਾਂ ਸੋਚਦੀ ਰਹਿੰਦੀ ਸੀ, ਕਿਉਂਕਿ ਉਦੋਂ ਮੈਂ ਨਿਆਣੀ ਸੀਗੀ ਹਨਾ। ਤੇ ਪਰ ਜਦੋਂ ਮੈਂ ਵੱਡੀ ਹੋ ਗਈ ਤੇ ਜਦੋਂ ਮੈਂ ਜਾਣ ਆਉਣ ਲੱਗੀ ਹੈ ਨਾ ਕਵੀ ਦਰਬਾਰਾਂ ਤੇ ਇਕੱਲੀ ਵਿਚਰਨ ਦਾ ਮੈਨੂੰ ਮੌਕਾ ਮਿਲਿਆ, ਤੇ ਫਿਰ ਕਈ ਵਾਰੀ ਮੈਂ ਉਸ ਸੜਕ ਤੋਂ ਦੀ ਲੰਘੀ ਜਿੱਥੇ ਉਹਨਾਂ ਦੇ ਪਿੰਡ ਦਾ ਨਾਮ ਲਿਖ ਕੇ ਬੋਰਡ ਲੱਗਾ ਹੋਇਆ, ਤੇ ਮੈਂ ਦੇਖਿਆ ਵੀ ਇਹ ਨੇੜੇ ਘਰ ਸੀਗੇ ਆ, ਹੁਣ ਵੀ ਹੈਗੇ ਆ, ਮਤਲਬ ਉੱਥੋਂ ਆਈ ਸਾਹਮਣੇ ਉਹਨਾਂ ਦੇ ਘਰ ਦਿਸਦੇ ਆ ਬਾਰ-ਬਾਰ ਜਿਹੜੇ ਪਿੰਡਾਂ ਤੋਂ ਹੁੰਦੇ ਆ, ਤੇ ਬੋਰਡ ਲੱਗਾ। ਮੈਂ ਉਸ ਸੜਕ ਤੋਂ ਬਸ ਐਂ ਦੇਖ ਕੇ ਲੰਘ ਜਾਣਾ ਹਨਾ, ਵੀ ਆ ਤਾਂ ਉਹੀ ਪਿੰਡ ਆ ਹਨਾ। ਤੇ ਕਦੇ ਪਰ ਉਧਰ ਨੂੰ ਉਤਰ ਕੇ ਜਾਣ ਦਾ ਜਾਂ ਗੱਡੀ ਉਧਰ ਨੂੰ ਮੋੜਨ ਦਾ, ਕਿਉਂਕਿ ਮੈਂ ਹੁਣ ਅਕਸਰ ਟੈਕਸੀ ਤੇ ਹੁੰਨੀ ਆ ਇਕੱਲੀ, ਪਰ ਕਦੇ ਐ ਹੌਸਲਾ ਨਹੀਂ ਪਿਆ ਵੀ ਮੈਂ ਡਰਾਈਵਰ ਨੂੰ ਕਹਾਂ ਵੀ ਤੂੰ ਗੱਡੀ ਇੱਧਰ ਨੂੰ ਮੋੜ ਲਾ। ਫਿਰ ਮੈਂ ਇੱਕ ਛੋਟੀ ਜਿਹੀ ਕਵਿਤਾ ਲਿਖੀ ਸੀ, ਵੀ ਮਰਿਆਦਾ ਉਹਦਾ ਨਾਮ ਆ ਸ਼ਾਇਦ ਹਨਾ, ਸ਼ਾਇਦ ਮਰਿਆਦਾ ਹੀ ਆ। ਵੀ ਮੈਂ ਸੋਚਦੀ ਹੁੰਦੀ ਸੀਗੀ ਜਦੋਂ ਹਨਾ, ਮੈਂ ਉਹਦਾ ਜਿਹੜਾ ਖਿਆਲ ਆ ਉਹ ਦੱਸਦੀ ਆ, ਕਿਉਂਕਿ ਮੈਨੂੰ ਸਤਰਵਾਈ ਸ਼ਬਦ ਆ ਯਾਦ ਨਹੀਂ। ਵੀ ਜਦੋਂ ਉਦੋਂ ਮੈਂ ਸੋਚਦੀ ਹੁੰਦੀ ਸੀਗੀ ਵੀ ਉਹ ਕਿੰਨੇ ਸੋਹਣੇ ਰਾਹ ਹੋਣਗੇ ਜਿਹੜੇ ਤੇਰੇ ਪਿੰਡਾਂ ਨੂੰ ਜਾਂਦੇ ਆ ਨਾ, ਉਹ ਕਿੰਨਾ ਸੋਹਣਾ ਪਿੰਡ ਹੋਊਗਾ ਜਿੱਥੇ ਤੂੰ ਰਹਿਣਾ ਵਾ ਹਨਾ। ਤੇ ਪਰ ਮੈਂ ਇਹੋ ਜਿਹੀ ਜੇਲ੍ਹ 'ਚ ਬੰਦ ਆ ਵੀ ਜਿੱਥੋਂ ਮੈਂ ਖੁੱਲ੍ਹੇ ਦਰਵਾਜ਼ਿਆਂ ਵਾਲੀ ਜੇਲ੍ਹ ਆ, ਵੀ ਜਿੱਥੋਂ ਮੈਂ ਭੱਜ ਕੇ ਉੱਧਰ ਨਹੀਂ ਜਾ ਸਕਦੀ ਹਨਾ, ਤੈਨੂੰ ਦੇਖ ਨਹੀਂ ਸਕਦੀ, ਤੈਨੂੰ ਮਿਲ ਨਹੀਂ ਸਕਦੀ। ਤੇ ਮੈਨੂੰ ਇਦਾਂ ਲੱਗਦਾ ਰਿਹਾ ਸਾਰੀ ਉਮਰ ਵੀ ਮੈਂ ਇੱਕ ਜੇਲ੍ਹ 'ਚ ਬੰਦ ਆ, ਤੇ ਜਿਹਦੀਆਂ ਮੈਨੂੰ ਕੰਧਾਂ ਦਰਵਾਜ਼ੇ ਨਹੀਂ ਦਿਸਦੇ ਭਾਵੇਂ ਹਨਾ। ਤੇ ਪਰ ਮੈਂ ਕਿਹਾ ਹੁਣ ਜਦੋਂ ਮੈਂ ਉੱਥੋਂ ਦੀ ਲੰਘਦੀ ਆ ਤੇਰੇ ਪਿੰਡ ਕੋਲ ਦੀ ਹਨਾ, ਤੇ ਤੇਰੇ ਪਿੰਡ ਵੱਲ ਜਾਂਦੀ ਸੜਕ ਨੂੰ ਦੇਖ ਕੇ ਮੈਂ ਸੋਚਦੀ ਆ ਹੁਣ ਵੀ ਬੰਦਾ ਘਰ ਦੀਆਂ ਕੰਧਾਂ ਵਿੱਚ ਨਹੀਂ, ਮਰਿਆਦਾ ਦੀਆਂ ਕੰਧਾਂ ਵਿੱਚ ਕੈਦ ਹੁੰਦਾ। ਘਰ ਤੋਂ ਮੈਨੂੰ ਯਾਦ ਆਇਆ, ਸੁਖਵਿੰਦਰ ਤੁਹਾਡੀ ਇੱਕ ਕਿਤਾਬ ਹੈਗੀ ਆ ਕਵਿਤਾ ਪ੍ਰੀਤ ਨਿਵਾਸ, ਉਹਦੇ ਵਿੱਚ ਆਉਂਦਾ ਹੈ ਘਰ ਦਾ ਕਨਸੈਪਟ ਕਿ ਦਰਵਾਜ਼ੇ ਅੱਗੇ ਲਿਖਿਆ ਹੁੰਦਾ ਪ੍ਰੀਤ ਨਿਵਾਸ, ਪਰ ਘਰ ਦੀਆਂ ਕੰਧਾਂ ਦੇ ਵਿੱਚ ਕੀ ਗੱਲਾਂ ਵਾਪਰ ਰਹੀਆਂ ਹੁੰਦੀਆਂ ਨੇ। ਉਹੀ ਲੜਕਾ ਜਿਹੜਾ ਕਿਸੇ ਲੜਕੀ ਨੂੰ ਮੁਹੱਬਤ ਕਰਕੇ ਵਿਆਹ ਕੇ ਲਿਆਉਂਦਾ ਏ, ਕਿਵੇਂ ਔਰਤ ਦਾ ਜਿਹੜਾ ਘਰ ਦਾ ਸੁਪਨਾ ਉਹ ਤਿੜਕ ਜਾਂਦਾ ਹੈ, ਤੇ ਉਹ ਖੁਦ ਨਵੀਆਂ ਮੱਛੀਆਂ ਦੇਖਣ ਚਲਾ ਜਾਂਦਾ ਹੈ। ਇੱਕ ਤਾਂ ਇਹ ਤੁਸੀਂ ਸਾਂਝੀ ਵੀ ਕਰੋ, ਇੱਕ ਇਹਦੀ ਬੈਕਗਰਾਉਂਡ ਵੀ ਦੱਸੋ ਕਿ ਤੁਹਾਡਾ ਘਰ ਦਾ ਜਿਹੜਾ ਤਿੜਕਣ ਕਿੱਥੋਂ ਸ਼ੁਰੂ ਹੁੰਦੀ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਸ ਕੁਦਰਤ ਦੀ, ਵੀ ਮੇਰਾ ਘਰ ਪਰਿਵਾਰ ਬਹੁਤ ਚੰਗੀ ਤਰ੍ਹਾਂ ਜੁੜਿਆ ਹੋਇਆ ਵਾ। ਇੰਨਾ ਮੇਰੇ ਬੱਚੇ ਸੰਵੇਦਨਸ਼ੀਲ ਨੇ, ਮੇਰੇ ਹਸਬੈਂਡ ਦਾ ਸੁਭਾਅ ਬਹੁਤ ਚੰਗਾ ਵਾ, ਜਿਹਨੇ ਮੈਨੂੰ ਮਤਲਬ ਭਾਵੇਂ 12 ਵਰਿਆਂ
10 ਵਰਿਆਂ ਬਾਅਦ ਹੀ 12 ਵਰਿਆਂ ਬਾਅਦ ਮੈਂ ਸਕੂਲੇ ਗਈ, 10 ਵਰਿਆਂ ਬਾਅਦ ਉਹ ਮੰਨ ਗਿਆ। ਤੇ ਉਹ ਬੜੀ ਕਿਰਪਾ ਵਾ ਹਨਾ। ਤੇ ਉਹ ਮੇਰੀ ਸਾਰੇ ਦੁੱਖ ਤਕਲੀਫਾਂ ਨੂੰ ਸਮਝਦੇ ਆ, ਮੇਰੀਆਂ ਭਾਵਨਾਵਾਂ ਨੂੰ ਵੀ ਸਮਝਦੇ ਆ ਮੇਰੇ ਬੱਚੇ। ਤੇ ਉਹ ਮੈਨੂੰ ਇੱਕ ਆਜ਼ਾਦੀ ਵੀ ਦਿੰਦੇ ਆ ਵੀ ਜਿਵੇਂ ਹੁਣ ਮੈਨੂੰ ਕਹਿੰਦੇ ਆ ਵੀ ਕੋਈ ਨਹੀਂ ਮੰਮਾ ਤੁਸੀਂ ਸਾਡੇ ਕੋਲੇ ਆਓ ਆਸਟ੍ਰੇਲੀਆ, ਚਾਹੇ ਤੁਸੀਂ ਉੱਥੇ ਰਹੋ ਇੰਡੀਆ, ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਖੁਸ਼ ਰਹੋ ਬਸ। ਸੋ ਇੱਕ ਤਾਂ ਇਹ ਮੈਂ ਦੱਸਦੀ ਹਾਂ ਵੀ ਕਿ ਮੇਰੇ ਘਰ ਵਿੱਚ ਸਾਰਾ ਕੁਝ ਸੁੱਖ ਸਾਂਦ ਆ ਤੇ ਇਦਾਂ ਹੀ ਰਵੇ, ਪ੍ਰਮਾਤਮਾ ਕਰੇ। ਬਾਕੀ ਦੂਜੀ ਗੱਲ ਜਿਹੜੀ ਆਪਾਂ ਉਹ ਮਨ 'ਚ ਘਰ ਦੀ ਧੜਕਣ ਕਦੋਂ ਸ਼ੁਰੂ ਹੁੰਦੀ ਹੈ, ਤੁਸੀਂ ਉਹ ਗੱਲ ਕਰੋ। ਹਾਂ, ਜਿਹੜੀਆਂ ਤਿੜਕਣਾਂ ਜਿਹੜੀਆਂ ਮੈਂ ਅਕਸਰ ਦੇਖਦੀ ਹਾਂ ਵੀ ਸਾਡੇ ਆਲੇ ਦੁਆਲੇ ਜਾਂ ਮੇਰੇ ਘਰ ਪਰਿਵਾਰ ਦੇ ਵਿੱਚ ਹੋਰ ਜਿਹੜੀਆਂ ਮੇਰੀਆਂ ਭੈਣਾਂ ਨੇ, ਮੇਰੀਆਂ ਦਰਾਣੀਆਂ ਜਠਾਣੀਆਂ, ਸ਼ਰੀਕਾ, ਕਬੀਲਾ, ਪਿੰਡ, ਆਂਢ ਗੁਆਂਢ, ਸਹੇਲੀਆਂ, ਸਖੀਆਂ, ਉਹਨਾਂ ਦੇ ਵਿੱਚ ਮੈਂ ਬਹੁਤ ਦੇਖਿਆ ਵੀ ਇਹ ਸਾਰਾ ਦੁੱਖ, ਇਹ ਦੁਖਾਂਤ ਘਰ ਦੀ ਤਿੜਕਣ ਬਾਰੇ। ਤੇ ਉਹ ਮੈਂ ਇੱਕ ਲਵ ਮੈਰਿਜ ਤੋਂ ਬਾਅਦ ਜਦੋਂ ਇੱਕ ਘਰ ਟੁੱਟਿਆ ਸੀ, ਉਦੋਂ ਮੇਰੇ ਮਨ ਦੇ ਵਿੱਚ ਇਹ ਕਵਿਤਾ ਉਤਰੀ ਸੀਗੀ ਵੀ ਉਹ ਲਵ ਮੈਰਿਜ ਸੀਗੀ ਜਿਹੜੀ ਟੁੱਟੀ ਸੀਗੀ ਬਹੁਤ ਬੁਰੇ ਤਰੀਕੇ ਨਾਲ। ਤੇ ਉਹ ਜਿਹੜਾ ਮੁੰਡਾ ਸੀਗਾ ਮਤਲਬ ਉਹਨੇ ਕੁੜੀ ਨਾਲ ਵਿਆਹ ਕਰਵਾ ਲਿਆ, ਪਰ ਥੋੜੀ ਦੇਰ ਬਾਅਦ ਹੀ ਉਹਦਾ ਕਿਤੇ ਹੋਰ ਅਫੇਅਰ ਹੋ ਗਿਆ ਮੁੰਡੇ ਦਾ। ਤੇ ਫਿਰ ਮੈਨੂੰ ਉਹ ਕਵਿਤਾ ਜਾਣੀ ਕਿ ਲਿਖਣ ਦਾ ਮੌਕਾ ਮਿਲਿਆ ਵੀ ਉਹ ਮੁੰਡਾ ਸੀਗਾ ਜਿਹੜਾ ਦਰਿਆ ਦੀ ਸੈਰ ਕਰਨ ਜਾਂਦਾ ਸੀਗਾ ਤੇ ਉਹਨੇ ਇੱਕ ਤਾਂ ਮੱਛੀ ਤੇ ਮੋਹਤ ਹੋ ਗਿਆ ਹਨਾ। ਮੱਛੀ ਤੇ ਉਹਨੇ ਤਰ੍ਹਾਂ ਤਰ੍ਹਾਂ ਦੇ ਜਾਲ ਸੁੱਟੇ, ਨਜ਼ਰਾਂ ਦੇ, ਬੋਲਾਂ ਦੇ, ਚੀਜ਼ਾਂ ਦੇ, ਤੇ ਅਖੀਰ ਉਹ ਉਹਦੇ ਜਾਲ 'ਚ ਫਸ ਗਈ ਤੇ ਉਹਨੂੰ ਵਿਆਹ ਕੇ ਘਰ ਲੈ ਆਇਆ, ਜਿਹਦੇ ਤੇ ਫਿਰ ਉਹਨੇ ਆ ਕੇ ਉਹ ਮੱਛੀ ਇੱਕ ਕੱਚ ਦੇ ਮਰਤਬਾਨ 'ਚ ਤਾੜਤੀ ਜਿਹਦੇ ਬਾਹਰ ਲਿਖਿਆ ਹੋਇਆ ਪ੍ਰੀਤ ਨਿਵਾਸ ਹਨਾ। ਤੇ ਹੁਣ ਉਹ ਮੁੰਡਾ ਆਟੇ ਦੀ ਗੋਲੀ ਉਹਦੇ 'ਚ ਸਿੱਟ ਦਿੰਦਾ ਵਾ ਮਰਤਬਾਨ 'ਚ ਤੇ ਆਪ ਫੇਰ ਨਿਕਲ ਜਾਂਦਾ ਵਾ ਦਰਿਆ ਦੀ ਸੈਰ ਨੂੰ ਹੋਰ ਮੱਛੀਆਂ ਦੇਖਣ। ਬਿਲਕੁਲ ਹਾਂਜੀ, ਬੜੀ ਖੂਬਸੂਰਤ ਕਵਿਤਾ ਹੈ ਤੁਹਾਡੀ। ਅੱਛਾ ਸੁਖਵਿੰਦਰ, ਮੇਰਾ ਜੀ ਕਰਦਾ ਤੁਹਾਡੇ ਨਾਲ ਮੈਂ ਗੱਲਾਂ ਕਰੀ ਜਾਵਾਂ। ਤੇ ਤੁਸੀਂ ਆਪਣੀ ਕਵਿਤਾ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਤੁਹਾਡੇ 'ਚ ਨਾ ਇੰਨੀ ਔਰਤ ਨੂੰ ਜਿਹੜਾ ਇੱਕ ਆਜ਼ਾਦ ਰੂਪ ਵਿੱਚ ਵਿਚਰਨ ਲਈ ਇੱਕ ਖੁਲਾਰਾ ਦਿੰਦੀ ਹੈ ਜਿਹੜੀ ਤੁਹਾਡੀ ਕਵਿਤਾ ਹੈਗੀ। ਤੇ ਤੁਸੀਂ ਉਹ ਜਿਹੜੀ ਕਵਿਤਾ ਆਪਦੇ ਮੂੰਹ ਨਾਲ ਸਾਂਝੀ ਕਰੋ। ਇਹ ਮੈਂ ਪੰਜਾਬੀ ਯੂਨੀਵਰਸਿਟੀ ਵਾਸਤੇ ਲਿਖਿਆ ਸੀਗਾ ਗੀਤ, ਤੇ ਪਰ ਮੈਂ ਆਪ ਨਹੀਂ ਗਾ ਸਕਦੀ ਵਧੀਆ, ਇਹ ਬੱਚੇ ਗਾਉਂਦੇ ਆ, ਤੁਹਾਡੀਆਂ ਬੇਟੀਆਂ ਵੀ ਗਾਉਂਦੀਆਂ ਹੁੰਦੀਆਂ। ਸੋ ਮੈਂ ਇੱਕ ਤੁਹਾਨੂੰ ਦੋ ਸਤਰਾਂ ਗੁਣਗੁਣਾ ਕੇ ਹਨਾ, ਗਾ ਕੇ ਨਹੀਂ, ਗੁਣਗੁਣਾ ਕੇ। ਠੀਕ ਹੈ। ਮੇਰੀ ਬੋਲੀ ਦਾ ਸੇਵਾਦਾਰ ਵਿਰਸੇ ਦਾ ਹੈ ਰਖਵਾਲਾ, ਮੇਰੀ ਬੋਲੀ ਦਾ ਸੇਵਾਦਾਰ ਵਿਰਸੇ ਦਾ ਹੈ ਰਖਵਾਲਾ, ਮੇਰੇ ਪੰਜਾਬ ਦਾ ਗੌਰਵ ਪੰਜਾਬੀ ਵਿਸ਼ਵ ਵਿਦਿਆਲਾ, ਮੇਰੇ ਪੰਜਾਬ ਦਾ ਗੌਰਵ ਪੰਜਾਬੀ ਵਿਸ਼ਵ ਵਿਦਿਆਲਾ। ਇਹਦੀ ਮਿੱਟੀ ਚੋਂ ਚਾਨਣ ਦੇ ਅਨੇਕਾਂ ਰੁੱਖ ਹਰੇ ਹੁੰਦੇ, ਇਹਦੇ ਅਸਮਾਨ ਚੋਂ ਨਿਤ ਗਿਆਨ ਦੇ ਸੂਰਜ ਉਦੇ ਹੁੰਦੇ, ਕਰੇ ਕਿਉਂ ਨਾ ਇਹਦੇ ਤੇ ਮਾਣ ਇਸ ਦਾ ਸ਼ਹਿਰ ਪਟਿਆਲਾ, ਮੇਰੇ ਪੰਜਾਬ ਦਾ ਗੌਰਵ ਪੰਜਾਬੀ ਵਿਸ਼ਵ ਵਿਦਿਆਲਾ। ਵਾਹ ਸੁਖਵਿੰਦਰ, ਤੁਹਾਡੀ ਕਵਿਤਾ ਨਾ ਲੜਕੀਆਂ ਲਈ ਬੜੀ ਹੀ ਪ੍ਰੇਰਨਾਦਾਇਕ ਹੁੰਦੀ ਹੈ। ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਬੜਾ ਹੁਲਾਰਾ ਮਿਲਦਾ ਉਹਨਾਂ ਨੂੰ ਆਜ਼ਾਦ ਲਾਈਫ ਦੇ ਲਈ, ਮਨੁੱਖ ਬਣਨ ਦੇ ਲਈ। ਤੇ ਤੁਸੀਂ ਕੋਈ ਇਹੋ ਜਿਹੀ ਕਵਿਤਾ ਸਾਡੇ ਨਾਲ ਸਾਂਝੀ ਕਰੋ ਜਿਸ ਦੇ ਨਾਲ ਸਾਡੀਆਂ ਵਿਦਿਆਰਥੀਆਂ ਨੂੰ ਹੁਲਾਰਾ ਮਿਲਦਾ ਤੇ ਤੁਹਾਨੂੰ ਐਂ ਲੱਗਦਾ ਕਿ ਮੈਂ ਇਹਨਾਂ ਲੜਕੀਆਂ ਲਈ ਹੀ ਕਵਿਤਾ ਲਿਖੀ ਹੈ। ਹਾਂਜੀ ਬਿਲਕੁਲ, ਹਾਂ, ਕਿਉਂਕਿ ਮੈਨੂੰ ਵੀ ਕਈ ਵਾਰੀ ਨਾ ਆਪਣੀਆਂ ਕਵਿਤਾਵਾਂ ਤੋਂ ਪ੍ਰੇਰਨਾ ਮਿਲਦੀ ਆ ਹਨਾ। ਮੈਂ ਆਪਣੀਆਂ ਕਵਿਤਾਵਾਂ ਯਾਦ ਕਰਦੀ ਰਹਿੰਦੀ ਹਾਂ ਵੀ ਹਾਂ, ਜਦੋਂ ਮੈਂ ਕਿਤੇ ਢਹਿੰਦੀ ਕਲਾ 'ਚ ਚਲੀ ਜਾਵਾਂ ਫਿਰ ਮੈਂ ਆਪਣੀਆਂ ਕਵਿਤਾਵਾਂ ਯਾਦ ਕਰੂੰਗੀ ਵੀ ਨਹੀਂ ਮੈਂ ਤਾਂ ਉਹ ਆ। ਸੋ ਇਹੋ ਜਿਹੀਆਂ ਕੁਛ ਨਿੱਕੀਆਂ ਨਿੱਕੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ। ਇੱਕ ਨਿੱਕੇ ਨਿੱਕੇ ਖਿਆਲ ਆ ਕਿ ਸਦੀਆਂ ਤੋਂ ਅਗਨੀ ਪ੍ਰੀਖਿਆ 'ਚੋਂ ਲੰਘਦੀ ਔਰਤ ਖੁਦ ਅੱਗ ਹੋ ਗਈ ਹੈ, ਹੁਣ ਇਸ ਅੱਗ ਨੂੰ ਕਿਹੜੀ ਅੱਗ 'ਚੋਂ ਲੰਘਾਓਗੇ। ਬਹੁਤ ਅੱਛਾ। ਔਰ ਇੱਕ ਖਿਆਲ ਹੈ ਕਿ ਰਿਸ਼ਤਿਆਂ ਨੇ ਮੈਨੂੰ ਆਪਣੇ ਮੈਲੇ ਪਿੰਡੇ ਤੋਂ ਮੁੜਕੇ ਦੀ ਬੂੰਦ ਵਾਂਗ ਪੂੰਝ ਕੇ ਸੁੱਟ ਦਿੱਤਾ, ਇਸ ਤੋਂ ਪਹਿਲਾਂ
ਕਿ ਮੇਰੇ ਪਾਣੀਆਂ ਵਿੱਚ ਹੀਣਤਾ ਘੁਲਦੀ ਮੈਂ ਅੱਗ ਹੋ ਗਈ ਤੇ ਜਦ ਕੋਈ ਔਰਤ ਅੱਗ ਹੋ ਜਾਂਦੀ ਹੈ ਜੰਗਲ ਤੋਂ ਰਾਹ ਨਹੀਂ ਪੁੱਛਦੀ। ਵਾਹ, ਬਹੁਤ ਖੂਬਸੂਰਤ। ਔਰ ਇੱਕ ਖਿਆਲ ਹੈ ਕਿ ਕੁਝ ਚਿਰ ਆਇਆ ਸੀ ਉਹਨਾਂ ਦੇ ਫੁੰਕਾਰਿਆਂ ਤੇ ਰੋਸ ਜਿਹਾ, ਕੁਝ ਚਿਰ ਆਇਆ ਸੀ ਉਹਨਾਂ ਦੇ ਫੁੰਕਾਰਿਆਂ ਤੇ ਰੋਸ ਜਿਹਾ, ਫੇਰ ਮਨ ਦੇ ਮੋਰ ਨੇ ਸੱਪਾਂ ਦੇ ਸਿਰਾਂ ਤੇ ਨੱਚਣਾ ਸਿੱਖ ਲਿਆ। ਵਾਹ, ਬਹੁਤ ਹੀ ਖੂਬਸੂਰਤ। ਤੇ ਇੱਕ ਗਜ਼ਲ ਦੇ ਕੁਝ ਸ਼ੇਰ ਸੁਣਾ ਦਿੰਦੇ ਆ। ਕਿਵੇਂ ਪਰ ਸਮੇਟ ਕੇ ਬਹਿ ਰਹਾ, ਕਿਵੇਂ ਭੁੱਲ ਜਾਵਾਂ ਉਡਾਣ ਨੂੰ, ਇਹ ਤਾਂ ਦਾਗ ਹੈ ਮੇਰੇ ਇਸ਼ਕ ਤੇ, ਇਹ ਹੈ ਮਿਹਣਾ ਮੇਰੇ ਈਮਾਨ ਨੂੰ। ਹੋਏ ਤਬਸਰੇ ਮੇਰੀ ਜ਼ਾਤ ਤੇ, ਮੇਰੀ ਨਸਲ ਅਕਲ ਔਕਾਤ ਤੇ, ਰਿਹਾ ਜ਼ਬਤ ਨਾ ਜਜ਼ਬਾਤ ਤੇ ਮੈਂ ਨਿਕਲੀ ਚੀਰ ਮਿਆਨ ਨੂੰ। ਜੇ ਤੂੰ ਰੋਕ ਸਕਦਾ ਤਾਂ ਰੋਕ ਲਾ ਇਸ ਰੋਹ ਦੇ ਵਹਿਣ ਨੂੰ ਮੁਨਸਫਾ, ਕਿ ਮੈਂ ਜਾ ਰਹੀ ਹਾਂ ਉਲੰਘ ਕੇ ਤੇਰੇ ਹੁਕਮ ਨੂੰ ਫਰਮਾਨ ਨੂੰ। ਇਹ ਹਨੇਰ ਗਰਦ ਗੁਬਾਰ ਹੈ ਮੇਰੇ ਰਾਹ 'ਚ ਉੱਚੀ ਦੀਵਾਰ ਹੈ, ਮੈਂ ਕਦੇ ਕਬੂਲ ਨਾ ਕਰ ਸਕਾਂ ਤੇਰੇ ਫਲਸਫੇ ਤੇਰੇ ਗਿਆਨ ਨੂੰ। ਇਹ ਅੱਗ ਕਾਨੂੰਨ ਨਾ ਜਾਣਦੀ ਮੈਂ ਤਾਂ ਉਸ ਕਬੀਲੇ ਦੇ ਹਾਣ ਦੀ, ਜਿਹੜਾ ਇਸ਼ਕ ਆਪਣਾ ਪਗਾਉਣ ਲਈ ਝੱਟ ਦਾਅ ਤੇ ਲਾ ਦੇ ਜਾਨ ਨੂੰ। ਇਸ ਅਗਨ ਤੇ ਇਤਬਾਰ ਕਰ, ਮੇਰਾ ਨਾਂ ਉਹਨਾਂ 'ਚ ਸ਼ੁਮਾਰ ਕਰ, ਜਿਹੜੇ ਜਾਲ ਦੇ ਜਿੰਦ ਆਪਣੀ ਅਤੇ ਨੂਰ ਵੰਡ ਦੇ ਜਹਾਨ।